ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਈਮਾਨ ਹੋ। ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਦਾ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ। ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ। ਇੱਥੇ ਹਮ ਦਾ ਭਾਵ ਕੀ ਹੈ ਜੀ? ਜਬ ਹਮ ਹੋਤੇ ਤਬ ਤੂੰ ਨਾਹੀਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ ਹੇ ਵਾਹਿਗੁਰੂ ਜਿੰਨਾ ਚਿਰ ਤੱਕ ਸਾਡੇ ਵਿੱਚ ਮੈਂ ਹੁੰਦੀ ਹੈ ਨਾ ਉਹਨਾਂ ਚਿਰ ਤੱਕ ਤੁਸੀਂ ਨਹੀਂ ਆ ਕੇ ਵਸਦੇ। ਹੁਣ ਜਦੋਂ ਤੁਸੀਂ ਆ ਕੇ ਵਸ ਗਏ ਹੋ ਮੈਂ ਨਿਕਲ ਗਈ ਕਹਿਣ ਲੱਗੇ। ਭਗਤਾਂ ਨੇ ਨਾਮ ਜਪ ਜਪ ਕੇ ਇਹਨੂੰ ਅੰਦਰੋਂ ਕੱਢਿਆ ਹੁੰਦਾ ਹੈ ਜੀ। ਸੋ ਆਓ ਹੁਣ ਲੜੀਵਾਰ ਕਥਾ ਦੇ ਨਾਲ ਆਪਾਂ ਜੁੜਨਾ ਹੈ। ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਜਹਾਂਗੀਰ ਨੇ ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਲੈ ਕੇ ਆਓ। ਵਜ਼ੀਰ ਖਾਂ ਨੇ ਬਹੁਤ ਨਿਮਰਤਾ ਨਾਲ ਆ ਕੇ ਬੇਨਤੀ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਾਤਾ ਜੀ ਦੇ ਨਾਲ ਪ੍ਰਮੁੱਖ ਸਿੱਖਾਂ ਦੇ ਨਾਲ ਸਲਾਹ ਕੀਤੀ ਹੈ। ਕੁਝ ਸਿੱਖ ਮਹਾਰਾਜ ਨੂੰ ਕਹਿੰਦੇ ਆ ਸੱਚੇ ਪਾਤਸ਼ਾਹ ਸਾਨੂੰ ਦਿੱਲੀ ਨਹੀਂ ਜਾਣਾ ਚਾਹੀਦਾ। ਕੁਝ ਮਹਾਰਾਜ ਨੂੰ ਇਹ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਮਾਲਵੇ ਵਿੱਚ ਚਲੇ ਜਾਣਾ ਚਾਹੀਦਾ ਹੈ। ਪਰ ਤੁਸੀਂ ਸੁਣਿਆ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਇਹੋ ਕਿਹਾ ਕਿ ਮਹਾਰਾਜ ਤੁਹਾਨੂੰ ਦਿੱਲੀ ਜਾਣਾ ਚਾਹੀਦਾ ਹੈ। ਬਾਬਾ ਬੁੱਢਾ ਜੀ ਦੀ ਗੱਲ ਨੂੰ ਮਹਾਰਾਜ ਫੇਰ ਨਹੀਂ ਸਕਦੇ ਜੀ। ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਕਿਹਾ ਭਾਈ ਜੋ ਮਰਜ਼ੀ ਹੋਵੇ ਅਸੀਂ ਬਾਬਾ ਬੁੱਢਾ ਜੀ ਦੀ ਗੱਲ ਨਹੀਂ ਬਦਲ ਸਕਦੇ। ਬਾਬਾ ਬੁੱਢਾ ਜੀ ਦੀ ਗੱਲ ਨਹੀਂ ਅਸੀਂ ਫੇਰ ਸਕਦੇ।
ਬਾਬਾ ਜੀ ਦੀ ਗੱਲ ਨਹੀਂ ਅਸੀਂ ਫੇਰ ਸਕਦੇ, ਇਸ ਕਰਕੇ ਅਸੀਂ ਦਿੱਲੀ ਜਾਵਾਂਗੇ। ਇਹ ਵਿਚਾਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਰਾਤ ਆਰਾਮ ਕੀਤਾ। ਫਿਰ ਮਹਾਰਾਜ ਗਰੀਬ ਨਵਾਜ ਜੀ ਨੇ ਦਿਨ ਚੜ੍ਹਿਆ, ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਸੱਦਿਆ ਜੀ। ਹੁਣ ਵਜ਼ੀਰ ਖਾਂ ਤੇ ਕਿੰਚ ਬੇਗ ਨਾਲ ਕੁਝ ਬਚਨ ਹੋਏ ਹੈ। ਵਜ਼ੀਰ ਖਾਨ ਮਹਾਰਾਜ ਜੀ ਨੂੰ ਬੇਨਤੀ ਕਰ ਰਿਹਾ, ਇਹ ਹੁਣ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ, ਧਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਕੀਜਹ ਚਲਬੇ ਕੀ ਤਿਆਰੀ। ਵਜ਼ੀਰ ਖਾਨ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਹੁਣ ਕਿਰਪਾ ਕਰੋ, ਚੱਲਣ ਦੀ ਆਗਿਆ, ਵਾਹਿਗੁਰੂ ਚੱਲਣ ਦੀ ਤਿਆਰੀ ਕਰੋ ਮਹਾਰਾਜ ਦਿੱਲੀ। ਹਾਂਜੀ। ਹਮ ਹਰਖ ਹੈ ਜਬ ਲਿਹੋ ਰਿਪ ਮਾਰੀ। ਮਹਾਰਾਜ ਸਾਨੂੰ ਤਾਂ ਹੀ ਖੁਸ਼ੀ ਹੋਣੀ ਹੈ ਜਦੋਂ ਮਹਾਰਾਜ ਤੁਸੀਂ ਚੰਦੂ ਦਾ ਨਾਸ਼ ਕਰੋਗੇ, ਉੱਥੇ ਜਾ ਕੇ ਦੁਸ਼ਮਣ ਨੂੰ ਮਾਰੋਗੇ ਮਹਾਰਾਜ। ਹਾਂਜੀ। ਕਿਰਪਾ ਦ੍ਰਿਸ਼ਟ ਤੇ ਦੇਖ ਗੁਸਾਈ। ਮਹਾਰਾਜ ਗਰੀਬ ਨਵਾਜ ਵਜ਼ੀਰ ਖਾਨ ਦੇ ਅੰਦਰ ਦੀ ਭਾਵਨਾ ਜਾਣਦੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਮੇਰ ਦੀ ਦ੍ਰਿਸ਼ਟੀ ਨਾਲ ਵਜ਼ੀਰ ਖਾਨ ਨੂੰ ਦੇਖਿਆ। ਮੈਂ ਬੜੀ ਵਾਰੀ ਤੁਹਾਨੂੰ ਇੱਕ ਗੱਲ ਆਖੀ ਹੈ, ਵੇਖਣ ਵਿੱਚ ਵੀ ਫਰਕ ਹੁੰਦਾ ਹੈ ਜੀ। ਆਮ ਵੇਖੀ ਜਾਣਾ ਗੱਲ ਹੋਰ ਹੈ। ਗੱਲ ਉਦੋਂ ਬਣਦੀ ਜਦੋਂ ਮਹਾਂਪੁਰਖ ਰੱਬ ਦੇ ਪਿਆਰੇ ਨਾ ਕਿਸੇ ਵੱਲ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਦੇ ਆ ਜੀ। ਮਹਾਰਾਜ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਉਹਦੇ ਵੱਲ ਵੇਖਿਆ ਜੀ। ਬੋਲਤ ਮੰਦ ਮੰਦ ਮੁਸਕਾਈ। ਤੇ ਮਹਾਰਾਜ ਗਰੀਬ ਨਵਾਜ ਨਾ ਥੋੜਾ ਮੁਸਕਰਾ ਕੇ ਗੱਲ ਕਰਨ ਲੱਗੇ ਹੁਣ ਜੀ। ਹਾਂਜੀ। ਸਤਿਗੁਰ ਘਰ ਕੋ ਤੂੰ ਸਿੱਖ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਵਜ਼ੀਰ ਖਾਨ ਨੂੰ ਕਹਿਣ ਲੱਗੇ, ਵਜ਼ੀਰ ਖਾਂ ਤੂੰ ਗੁਰੂ ਘਰ ਦਾ ਸਿੱਖ ਆ, ਕਹਿਣ ਲੱਗੇ। ਹਾਂਜੀ। ਅਪਰ ਦੁਸ਼ਟ ਚੰਦੂ ਹਿਤ ਚਾਹੈ। ਤੇ ਬਾਕੀ ਤੇ ਉੱਥੇ ਮਹਾਰਾਜ ਕਹਿਣ ਲੱਗੇ ਚੰਦੂ ਦੀ ਸੋਚਦੇ ਹੀ ਹੈ ਦਿੱਲੀ ਵਿੱਚ। ਹਾਂਜੀ। ਗਨ ਤੁਰਕਨ ਬਨ ਬੰਸ ਬਿਸਾਲੂ। ਗਨ ਤੁਰਕਨ ਗਨ ਬੰਸ ਬਿਸਾਲੂ, ਉਤੋਂ ਤੁਰਕਾਂ ਦਾ ਬੰਸ ਬੜਾ ਵੱਡਾ। ਹਾਂਜੀ। ਤੋ ਸਮ ਸਫਲਿਓ ਕੋਏ ਰਸਾਲੂ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਤੇਰੇ ਵਰਗੇ ਬਾਣੀ ਪੜ੍ਹਨ ਵਾਲੇ ਉਹਨਾਂ ਦੇ ਵਿੱਚ ਹੈਗੇ ਤਾਂ ਭਲਾ ਹੋ ਹੀ ਜਾਂਦਾ ਉਹਨਾਂ ਦਾ, ਕਹਿਣ ਲੱਗੇ। ਹਾਂਜੀ। ਔਰ ਸ਼ਰਧਾ ਭਿਖ ਪ੍ਰੇਮ ਵਡੇਰਾ। ਤੁਹਾਡੇ ਦਿਲ ਵਿੱਚ ਗੁਰੂ ਘਰ ਦੇ ਪ੍ਰਤੀ ਸ਼ਰਧਾ ਤੇ ਪ੍ਰੇਮ ਹੈ। ਚੇਤਾ ਰੱਖਿਓ ਗੁਰੂ ਜੀ ਨੂੰ ਪਤਾ ਲੱਗ ਜਾਂਦਾ ਜੀ। ਬੜੇ ਲੋਕ ਆਉਂਦੇ ਆ, ਪ੍ਰੇਮ ਨਾਲ ਕੌਣ ਆ ਰਿਹਾ, ਸ਼ਰਧਾ ਦੇ ਨਾਲ ਕੌਣ ਆ ਰਿਹਾ। ਮਹਾਰਾਜ ਵਜ਼ੀਰ ਖਾਨ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਵਜ਼ੀਰ ਖਾਂ ਤੇਰੇ ਮਨ ਵਿੱਚ ਸ਼ਰਧਾ ਹੈ, ਪ੍ਰੇਮ ਹੈ। ਹਾਂਜੀ। ਮਾਨ ਸਹਿਤ ਮਾਨਿਓ ਬਚ ਤੇਰਾ। ਇਸ ਕਰਕੇ ਤੁਹਾਡਾ ਮਾਣ ਰੱਖਣ ਲਈ ਮਹਾਰਾਜ ਕਹਿੰਦੇ ਅਸੀਂ ਤੇਰਾ ਬਚਨ ਮੰਨਦੇ ਹਾਂ, ਤੂੰ ਚੱਲ ਕੇ ਆਇਆ, ਕਹਿਣ ਲੱਗੇ। ਜੇ ਨਾ ਜਾਈਏ ਤੇ ਪ੍ਰੇਮ ਵਾਲੇ ਦੀ ਨਿਰਾਦਰੀ ਹੁੰਦੀ ਹੈ। ਹਾਂਜੀ। ਦਿੱਲੀ ਕੋ ਕਰ ਹੈ ਪ੍ਰਸਥਾਨਾ। ਵਿਫਲ ਨ ਤੋਰ ਆਗਮਨ ਠਾਨਾ। ਇਸ ਕਰਕੇ ਹੁਣ ਅਸੀਂ ਦਿੱਲੀ ਜਾਵਾਂਗੇ, ਮਹਾਰਾਜ ਕਹਿਣ ਲੱਗੇ। ਤੁਹਾਡਾ ਆਇਆ ਵਿਅਰਥ ਨਹੀਂ ਜਾਏਗਾ, ਕਹਿਣ ਲੱਗੇ। ਤੁਸੀਂ ਚੱਲ ਕੇ ਆਏ ਹੋ, ਤੁਹਾਡਾ ਆਇਆ ਵਿਅਰਥ ਨਹੀਂ ਜਾਏਗਾ। ਹਾਂਜੀ। ਸੁਨਤ ਬੰਦਗੀ ਕਰ ਹਰ ਖਾਇਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਮੁਸਕਰਾ ਕੇ ਕਿਹਾ ਨਾ ਵੀ ਅਸੀਂ ਆ ਰਹੇ ਹਾਂ ਦਿੱਲੀ, ਅਸੀਂ ਚੱਲਦੇ ਹਾਂ ਤੁਹਾਡੇ ਨਾਲ ਦਿੱਲੀ, ਤੇ ਵਜ਼ੀਰ ਖਾਨ ਸੁਣ ਕੇ ਬੜਾ ਖੁਸ਼ ਹੋਇਆ ਜੀ। ਵਜ਼ੀਰ ਖਾਨ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ ਜੀ।
ਹਾਂਜੀ। ਸਤਿਗੁਰ ਧਨ ਮੋਹਿ ਅਪਨਾਇਓ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਮਨ ਚ ਪਤਾ ਕੀ ਸੋਚਿਆ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਨੇ, ਮੇਰੇ ਵਰਗੇ ਗਰੀਬ ਦੇ ਪ੍ਰੇਮ ਨੂੰ ਪ੍ਰਵਾਨ ਕਰ ਲਿਆ ਮਹਾਰਾਜ ਨੇ। ਚੇਤਾ ਰੱਖਿਓ, ਇੱਥੇ ਕੋਈ ਨਹੀਂ ਪਤਾ ਕਿੰਨੇ ਨੰਬਰ ਮਿਲਦੇ ਨੇ ਸਾਨੂੰ ਜੀ। ਇੱਥੇ ਕੋਈ ਨਹੀਂ ਪਤਾ, ਬੰਦਾ ਪ੍ਰੇਮ ਕਰ ਰਿਹਾ ਜੀ। ਜੇ ਗੁਰੂ ਸਾਹਿਬ ਪ੍ਰਵਾਨ ਕਰਨਗੇ ਫਿਰ ਗੱਲ ਬਣੇਗੀ ਜੀ। ਕਥਾ ਕੀਰਤਨ ਨਿਤਨੇਮ ਪਾਠ ਭਜਨ ਬੰਦਗੀ ਸਭ ਇਸੇ ਕਰਕੇ ਵੀ ਗੁਰੂ ਸਾਹਿਬ ਸਾਨੂੰ ਪ੍ਰਵਾਨ ਕਰ ਲੈਣ। ਮਹਾਰਾਜ ਕਹਿੰਦੇ ਨਾ, ਧਨ ਸੇਵਾ ਸੇਵਕ ਪ੍ਰਵਾਨ। ਆਖੋ ਵਾਹਿਗੁਰੂ। ਪ੍ਰਵਾਨ ਦਾ ਮਤਲਬ ਕੀ? ਵੀ ਸਹੀ ਪਾਉਣੀ ਜੀ, ਸਹੀ ਪਾਉਣੀ ਜੀ। ਹੁਣ ਮਹਾਰਾਜ ਦੀ ਮਰਜ਼ੀ ਜੀ, ਸਹੀ ਪਾਉਂਦੇ ਕਿ ਨਹੀਂ ਪਾਉਂਦੇ ਜੀ। ਹਾਂਜੀ, ਆਪਾਂ ਤੇ ਤਰਲੇ ਹੀ ਲੈਂਦੇ ਹਾਂ, ਸੱਚੇ ਪਾਤਸ਼ਾਹ ਜਿਹੋ ਜਿਹੇ ਹੈਗੇ ਸਾਨੂੰ ਗਰੀਬਾਂ ਨੂੰ ਪ੍ਰਵਾਨ ਕਰ ਲਿਓ ਮਹਾਰਾਜ, ਸਾਡੀ ਹਾਜ਼ਰੀ ਪ੍ਰਵਾਨ ਕਰ ਲਿਓ ਮਹਾਰਾਜ। ਭਾਈ ਵਜ਼ੀਰ ਖਾਂ ਬੜਾ ਖੁਸ਼ ਹੈ ਇਸ ਗੱਲ ਤੋਂ, ਗੁਰੂ ਸਾਹਿਬ ਨੇ ਮੇਰਾ ਪ੍ਰੇਮ ਜਿਹੜਾ ਪ੍ਰਵਾਨ ਕਰ ਲਿਆ। ਹਾਂਜੀ। ਰੋਗ ਜਲੰਧਰ ਉਰਦ ਬੈਸਾਲਾ, ਪੀੜਾ ਦੇਤ ਮਹਾ ਸਭ ਕਾਲਾ। ਤੇ ਹੁਣ ਨਾ ਜੀ ਸਾਰਿਆਂ ਦੇ ਵਿੱਚ ਉੱਚੀ ਉੱਚੀ ਵਜ਼ੀਰ ਖਾਨ ਸਾਰਿਆਂ ਨੂੰ ਦੱਸ ਰਿਹਾ ਗੁਰੂ ਸਾਹਿਬ ਦੇ ਸਾਹਮਣੇ, ਕਹਿੰਦੇ ਭਾਈ ਮੈਨੂੰ ਜਲੋਦਰ ਦਾ ਰੋਗ ਸੀਗਾ। ਜਲੋਦਰ ਦਾ ਰੋਗ ਤੁਹਾਨੂੰ ਪਤਾ, ਜਲ ਉਦਰ, ਉਦਰ ਨਾਮ ਢਿੱਡ ਦਾ, ਪੇਟ ਦਾ ਜੀ, ਜਲ ਪਾਣੀ ਦਾ ਜੀ। ਹਾਂਜੀ, ਢਿੱਡ 'ਚ ਪਾਣੀ ਜਦੋਂ ਭਰ ਜਾਂਦਾ ਨਾ ਜੀ, ਉਹਨੂੰ ਜਲੋਦਰ ਰੋਗ ਕਹਿੰਦੇ ਜੀ। ਹਾਂਜੀ, ਬੜਾ ਭਿਆਨਕ ਰੋਗ ਹੈਗਾ ਜੀ, ਬਹੁਤ ਭਿਆਨਕ ਰੋਗ ਹੈਗਾ ਜੀ। ਹਾਂਜੀ, ਪਾਣੀ ਨਹੀਂ ਅੰਦਰੋਂ ਨਿਕਲਦਾ ਜੀ, ਇਹਨੂੰ ਇਹ ਰੋਗ ਸੀਗਾ ਜੀ। ਵਜ਼ੀਰ ਖਾਨ ਦੱਸ ਰਿਹਾ, ਜੋ ਰੋਗ ਜਲੋਦਰ ਉਧਰ ਵਿਸਾਲਾ, ਕਹਿੰਦਾ ਮੇਰੇ ਪੇਟ 'ਚ ਬੜਾ ਵੱਡਾ ਰੋਗ ਸੀ, ਮੈਨੂੰ ਜਲੋਦਰ ਸੀ, ਪੇਟ 'ਚੋਂ ਪਾਣੀ ਨਹੀਂ ਨਿਕਲਦਾ ਹੁੰਦਾ। ਪੀੜਾ ਦੇਤ ਮਹਾ ਸਭ ਕਾਲਾ, ਵਜ਼ੀਰ ਖਾਂ ਕਹਿੰਦਾ ਜਿਹਦੇ ਕਰਕੇ ਹਰ ਸਮੇਂ ਹੀ ਮੈਂ ਪੀੜਤ ਰਹਿਣਾ ਹੁੰਦਾ ਸਾਂ ਜੀ। ਵਾਹਿਗੁਰੂ ਬਖਸ਼ ਲਵੇ, ਰੋਗ ਬੜੇ ਭਿਆਨਕ ਹੈਗੇ ਨੇ ਜੀ। ਜੋ ਪਰਮੇਸ਼ਰ ਨੇ ਸਿਸਟਮ ਬਣਾਇਆ ਨਾ ਜੀ, ਇਹ ਚੱਲਦਾ ਹੀ ਰਵੇ ਤੇ ਆਨੰਦ ਹੈਗਾ। ਜੇ ਮਾੜਾ ਜਿਹਾ ਸਮਾਂ ਖਲੋ ਜੇ, ਵੇਖਿਓ ਫਿਰ ਕੀ ਬਣਦਾ ਬੰਦੇ ਦਾ ਜੀ। ਵਜ਼ੀਰ ਖਾਂ ਕਹਿੰਦਾ ਮੈਂ ਹਰ ਸਮੇਂ ਦੁਖੀ ਰਹਿਣਾ ਹੁੰਦਾ ਸਾਂ ਮਹਾਰਾਜ। ਹਾਂਜੀ, ਭਰਿਓ ਸਦਨ ਬਿਲ ਲਾਵਤ ਰਹੋ, ਘਰ ਦੇ ਵਿਹੜੇ ਦੇ ਵਿੱਚ ਪਿਆ ਮੈਂ ਤੜਪਦਾ ਰਹਿਣਾ ਹੁੰਦਾ ਸਾਂ ਜੀ। ਤੁਰਿਆ ਫਿਰਿਆ ਤੇ ਛੱਡੋ, ਲੰਮੇ ਵੀ ਨਹੀਂ ਪਿਆ ਜਾਂਦਾ ਜੀ ਜਦੋਂ ਇਹੋ ਜਿਹਾ ਭਿਆਨਕ ਰੋਗ ਲੱਗ ਜੇ ਨਾ ਜੀ। ਹਾਂਜੀ, ਹੋਤ ਬੇਖਾਦ ਸਕਲ ਹੀ ਸਹੋ, ਸਾਰੇ ਰੋਗਾਂ ਨੂੰ ਮੈਂ ਬਰਦਾਸ਼ਤ ਕਰ ਸਕਦਾ, ਪਰ ਆਹ ਰੋਗ ਬਰਦਾਸ਼ਤ ਕਰਨਾ ਔਖਾ ਸੀਗਾ। ਕਹਿੰਦਾ ਮਹਾਰਾਜ ਮੈਂ ਫਿਰ ਵੀ ਇਹ ਰੋਗ ਬਰਦਾਸ਼ਤ ਕਰਦਾ ਸਾਂ। ਹਾਂਜੀ, ਨਿਕਟ ਗਰੀ ਮਹਿ ਸਿੱਖ ਇੱਕ ਜਾਵਤ, ਪਾਠ ਸੁਖਮਨੀ ਮੁਖ ਹੋ ਅਲਾਵਤ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਆ ਜਿਹੜੇ ਕਹਿੰਦੇ ਨਾ, ਇਹਨਾਂ ਨੇ ਕਈ ਐਵੇਂ ਹੀ ਕਹੀ ਜਾਂਦੇ ਜੀ ਸਪੀਕਰਾਂ ਦੇ ਵਿੱਚ, ਇਹੋ ਜਿਹੇ ਪਖੰਡ ਫੜਿਆ। ਸੁਖਮਨੀ ਸਾਹਿਬ ਕਹਿੰਦੇ ਪੜ੍ਹੀ ਜਾਓ, ਉਹਨਾਂ ਨੂੰ ਪਤਾ ਨਹੀਂ ਹੈਗਾ ਸੁਖਮਨੀ ਸਾਹਿਬ ਦਾ ਮਹਾਤਮ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਦੱਸ ਰਿਹਾ ਜੀ ਵਜ਼ੀਰ ਖਾਂ, ਕਹਿੰਦਾ ਮਹਾਰਾਜ ਮੇਰੀ ਗਲੀ ਵਿੱਚ ਇੱਕ ਸਿੱਖ ਰਹਿੰਦਾ ਹੁੰਦਾ ਸੀਗਾ, ਜਿੱਥੇ ਮੈਂ ਰਹਿਣਾ, ਮੈਂ ਵਿਹੜੇ 'ਚ ਪਿਆ ਹੁੰਦਾ ਸਾਂ। ਪਰਿਓ ਸਦਨ ਬਿਲ ਲਾਵਤ ਰਹੋ, ਨਿਕਟ ਗਰੀ ਮੈਂ ਇੱਕ ਸਿੱਖ ਜਾਵਤ, ਪਾਠ ਸੁਖਮਨੀ ਮੁਖ ਹੋ ਅਲਾਵਤ। ਗਲੀ ਦੇ ਵਿੱਚ ਇੱਕ ਸਿੱਖ ਰਹਿੰਦਾ, ਉਹ ਜਦੋਂ ਲੰਘਦਾ ਹੁੰਦਾ ਸੀ ਨਾ, ਉਹ ਉੱਚੀ ਉੱਚੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾਂਦਾ ਹੁੰਦਾ ਸੀਗਾ ਜੀ। ਹੁਣ ਦੇ ਤੇ ਸੰਗਦੇ ਜੀ। ਹਾਂਜੀ, ਹੁਣ ਕਿਤੇ ਪਹਿਲੀ ਗੱਲ ਸੁਖਮਨੀ ਸਾਹਿਬ ਜ਼ਬਾਨੀ ਯਾਦ ਨਹੀਂ ਹੈਗਾ ਜੀ। ਹਾਂਜੀ, ਤੇ ਜੇ ਕਿਸੇ ਨੂੰ ਯਾਦ ਵੀ ਹੋਵੇ ਤਾਂ ਬੋਲਦਾ ਜਾਏਗਾ ਨਹੀਂ ਜੀ। ਮਹਾਰਾਜ ਉਹ ਸਿੱਖ ਉੱਚੀ ਉੱਚੀ ਪਾਠ ਕਰਦਾ ਜਾਂਦਾ ਹੁੰਦਾ ਸੀਗਾ। ਹਾਂਜੀ, ਜਬ ਮਮ ਕਾਨ ਪਰੀ ਧੁਨ ਆਨ, ਤੇ ਉਹਨੇ ਜਦੋਂ ਲੰਘਣਾ ਮੇਰੇ ਕੰਨ ਵਿੱਚ ਜਦੋਂ ਪਾਠ ਦੀ ਆਵਾਜ਼ ਜਾਣੀ, ਪੀਰਾ ਭਈ ਉਦਰ ਕੀ ਹਾਨ। ਉਹਨੇ ਸਮੇਂ ਵਾਸਤੇ ਮੇਰੇ ਢਿੱਡ ਦੀ ਪੀੜ ਜਿਹੜੀ ਉਹ ਦੂਰ ਹੋ ਜਾਣੀ ਜੀ। ਕੌਣ ਕਹਿੰਦਾ ਬਾਣੀ ਨੂੰ ਸੁਣ ਕੇ ਦੁੱਖ ਨਹੀਂ ਉਤਰਦੇ ਜੀ।
ਪਿਆਰਿਓ ਪੜ੍ਹਨ ਵਾਲੇ ਦਾ ਜੀਵਨ ਹੋਵੇ ਤੇ ਸੁਣਨ ਵਾਲੇ ਦੀ ਸ਼ਰਧਾ ਹੋਵੇ। ਬਾਣੀ ਸੱਚੀ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹਾਂਜੀ। ਸਿੱਖ ਸਨਾਨ ਹਿਤ ਗਇਓ ਅਗਾਰੀ। ਮਹਾਰਾਜ ਉਹ ਸਿੱਖ ਲੰਘ ਰਿਹਾ ਸੀਗਾ ਪਾਠ ਕਰਦਾ, ਉਹ ਇਸ਼ਨਾਨ ਕਰਨ ਜਾ ਰਿਹਾ ਸੀਗਾ। ਹਾਂਜੀ। ਹੋਣ ਲੱਗੀ ਬਾਧਾ ਪੁਨ ਭਾਰੀ। ਜਦੋਂ ਉਹ ਸਿੱਖ ਅੱਗੇ ਲੰਘ ਗਿਆ, ਆਵਾਜ਼ ਬੰਦ ਹੋ ਗਈ, ਮੇਰੇ ਪੇਟ 'ਚ ਫਿਰ ਦਰਦ ਸ਼ੁਰੂ ਹੋ ਗਈ। ਹਾਂਜੀ। ਕਿਤ ਕਬੀਰ ਮਹਿ ਸਿੱਖ ਪੁਨ ਆਇਓ। ਇਸ਼ਨਾਨ ਕਰਕੇ ਕੁਝ ਸਮੇਂ ਬਾਅਦ ਉਹ ਸਿੱਖ ਫਿਰ ਲੰਘਿਆ। ਪਾਠ ਸੁਖਮਨੀ ਮੈਂ ਸੁਨ ਪਾਇਓ। ਤੇ ਆਉਂਦਾ ਆਉਂਦਾ ਉਹ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਮੁਖੋਂ ਕਰ ਰਿਹਾ ਸੀਗਾ। ਮਹਾਰਾਜ ਜਦੋਂ ਫਿਰ ਮੇਰੇ ਕੰਨਾਂ 'ਚ ਸੁਖਮਨੀ ਸਾਹਿਬ ਦੀ ਆਵਾਜ਼ ਪਈ, ਪਾਠ ਸੁਖਮਨੀ ਮੈਂ ਸੁਣ ਪਾਇਓ। ਹਾਂਜੀ। ਬਹੁਰ ਭਇਓ ਸੁਖ ਹਿਰਦੇ ਵਿਚਾਰਾ। ਤੇ ਮੇਰੇ ਮਨ 'ਚ ਫਿਰ ਸੁਖ ਪੈਦਾ ਹੋ ਗਿਆ ਤੇ ਰੋਗ ਫਿਰ ਕੱਟ ਗਿਆ। ਹਾਂਜੀ। ਇਸ ਤੇ ਮਿਟਹਿ ਕਸ਼ਟ ਮਮ ਭਾਰਾ। ਉਹ ਸਿੱਖ ਤੇ ਘਰ ਚਲੇ ਗਿਆ, ਮੈਂ ਫਿਰ ਤੜਪਣ ਲੱਗ ਪਿਆ, ਮੰਜੀ ਤੇ ਪਿਆ। ਤੇ ਮੈਂ ਮਨ 'ਚ ਸੋਚਿਆ ਵੀ ਇਹ ਜਿਹੜੀ ਕਲਾਮ ਪੜ੍ਹ ਰਿਹਾ ਨਾ, ਉਹ ਕਲਾਮ ਮੇਰੇ ਕੰਨਾਂ 'ਚ ਪਈ ਜਾਵੇਗੀ ਤੇ ਮੈਂ ਸੁਖੀ ਰਵਾਂਗਾ, ਮੇਰਾ ਦੁੱਖ ਕੱਟਿਆ ਜਾਏਗਾ। ਹਾਂਜੀ। ਇਤਨੇ ਮਹਿ ਸਿੱਖ ਜਬ ਚੱਲ ਗਇਓ। ਧੁਨ ਕੋ ਸੁਨਤ ਨਾ ਮੈਂ ਪੁਨ ਭਇਓ। ਉਹ ਸਿੱਖ ਚਲੇ ਗਿਆ, ਮਹਾਰਾਜ ਮੈਨੂੰ ਆਵਾਜ਼ ਆਉਣੀ ਬੰਦ ਹੋ ਗਈ ਬਾਣੀ ਦੀ। ਹਾਂਜੀ। ਬਾਧਾ ਅਧਿਕ ਬਦੀ ਤਬ ਮੇਰੇ ਫਿਰ ਪੇਟ 'ਚ ਦਰਦ ਸ਼ੁਰੂ, ਫਿਰ ਬੁਰਾ ਹਾਲ। ਹਾਂਜੀ। ਜਾਨੀ ਮਹਿਮਾ ਮਨ ਤਿਸ ਬੇਰੇ। ਤੇ ਮੈਂ ਉਸ ਸਮੇਂ ਫਿਰ ਗੁਰੂ ਦੀ ਬਾਣੀ ਦੀ ਮਹਿਮਾ ਨੂੰ ਸਮਝਿਆ। ਗੁਰੂ ਦੀ ਬਾਣੀ ਦੀ ਆਵਾਜ਼ ਮੇਰੇ ਕੰਨਾਂ 'ਚ ਪਵੇ ਤੇ ਮੇਰਾ ਦੁੱਖ ਘਟਦਾ ਹੈ ਜੀ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਕਮਾਈ ਵਾਲੇ ਗੁਰਮੁਖਾਂ ਦੇ ਬਚਨ ਸੁਣ ਰਿਹਾ ਸਾਂ। ਉਹ ਕਹਿੰਦੇ ਇੱਕ ਦਿਨ ਦੁਨੀਆ ਤੇ ਐਸਾ ਆਉਣਾ ਜੇ ਸਭ ਡਾਕਟਰਾਂ ਨੇ ਹੱਥ ਖੜੇ ਕਰ ਦੇਣੇ ਜੀ। ਪਤਾ ਉਹਨਾਂ ਕੀ ਕਹਿਣਾ? ਉਹਨਾਂ ਕਹਿਣਾ ਕੀਰਤਨ ਸੁਣੋਗੇ ਤੇ ਤੁਹਾਡਾ ਦੁੱਖ ਕੱਟਿਆ ਜਾਣਾ ਤੇ ਅਸੀਂ ਨਹੀਂ ਕੱਟ ਸਕਦੇ ਜੀ। ਕੱਲ ਪਰਸੋਂ ਵਿਦੇਸ਼ ਤੋਂ ਪ੍ਰੇਮੀ ਆਏ ਸਨ। ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਬਹੁਤ ਸਾਰੇ ਜਿਹੜੇ ਸਾਡੇ ਬੱਚੇ ਆ ਨਾ, ਡਿਪਰੈਸ਼ਨ ਦਾ ਸ਼ਿਕਾਰ ਨੇ। ਉਹਨਾਂ ਨੂੰ ਡਿਪਰੈਸ਼ਨ ਹੈ। ਬਹੁਤ ਸਾਰੇ ਬੱਚੇ, ਸਰੀਰ ਨੂੰ ਭਾਵੇਂ ਰੋਗ ਨਾ ਹੋਵੇ, ਡਿਪਰੈਸ਼ਨ ਹੈ ਜੀ। ਤੇ ਵੇਖ ਲਿਓ, ਜੇ ਤੇ ਮੋਬਾਈਲ ਦੀ ਸਹੀ ਵਰਤੋਂ ਨਾ ਕੀਤੀ ਤੇ ਥੋੜ੍ਹੇ ਸਮੇਂ ਨੂੰ ਅਸੀਂ ਵੀ ਕਹਿਣਾ ਵੀ ਸਾਡੇ ਬੱਚੇ ਡਿਪਰੈਸ਼ਨ 'ਚ ਹੈਗੇ ਨੇ ਜੀ। ਕਿਉਂਕਿ ਅੱਠੇ ਪੈਰ ਲੱਗੇ ਰਹਿਣਾ, ਵੇਖਦੇ ਰਹਿਣਾ, ਇੱਕੋ ਗੱਲ ਨੂੰ ਵੇਖਦੇ ਰਹਿਣਾ। ਮਾਨਸਿਕ ਜਿਹੜੇ ਰੋਗ ਨੇ, ਕਈ ਕਹਿੰਦੇ ਮਾਨਸਿਕ ਰੋਗ ਬਾਣੀ ਸੁਣ ਕੇ ਠੀਕ ਹੋਣਗੇ। ਪਿਆਰਿਓ, ਮਾਨਸਿਕ ਰੋਗ ਮਨ ਨੂੰ ਲੱਗੇ ਜੀ, ਚਿੰਤਾ। ਪਰ ਚੇਤਾ ਰੱਖੋ, ਇੱਥੇ ਮਾਨਸਿਕ ਦੀ ਗੱਲ ਨਹੀਂ ਆਉਂਦੀ, ਇੱਥੇ ਸਰੀਰ ਦੇ ਰੋਗ ਦੀ ਵੀ ਗੱਲ ਆਉਂਦੀ ਹੈ। ਕੋਈ ਸਿਰ ਫਿਰਾ ਗਿਆਨੀ ਕਹਿ ਦੇਗਾ ਜੀ ਮਾਨਸਿਕ ਰੋਗ ਠੀਕ ਹੁੰਦੇ ਆ। ਉਹਦੇ ਢਿੱਡ ਨੂੰ ਕਿਹੜਾ ਮਾਨਸਿਕ ਰੋਗ ਲੱਗਾ ਸੀਗਾ ਜੀ, ਉਹਨੂੰ ਸਰੀਰਕ ਰੋਗ ਲੱਗਾ ਜੀ। ਬਾਣੀ ਦੀ ਆਵਾਜ਼ ਕੰਨਾਂ 'ਚ ਗਈ, ਸੰਗਤ ਜੀ ਉਹਦਾ ਭਲਾ ਹੋ ਗਿਆ। ਹੁਣ ਚੇਤਾ ਰੱਖਿਓ, ਫਰਕ ਬੜਾ ਜੇ। ਪਹਿਲਾਂ ਕਿਸੇ ਦੇ ਮਨ 'ਚ ਫੁਰਨਾ ਬਣਦਾ ਜੀ ਬਾਣੀ ਪੜ੍ਹਨ ਦਾ ਜੀ। ਧਿਆਨ ਨਾਲ ਸੁਣਿਓ। ਮਨ 'ਚ ਫੁਰਨਾ ਬਣਿਆ, ਫਿਰ ਬਾਣੀ ਇੱਥੇ ਆਉਂਦੀ ਹੈ ਗਲੇ 'ਚ ਜੀ, ਫਿਰ ਬਾਣੀ ਜੀਭ 'ਤੇ ਆਉਂਦੀ ਹੈ। ਤੇ ਜਦੋਂ ਮਨ 'ਚੋਂ ਫੁਰਨਾ ਤੇ ਬਾਣੀ ਕੰਠ 'ਚ ਆਈ ਤੇ ਕੰਠੋਂ ਜਦੋਂ ਜੀਭ 'ਤੇ ਜਾਂਦੀ ਹੈ ਨਾ, ਇਹੋ ਜਿਹਾ ਰੱਬ ਦਾ ਪਿਆਰਾ ਜਦੋਂ ਬਾਣੀ ਪੜ੍ਹਦਾ, ਵਾਤਾਵਰਣ 'ਤੇ ਉਹਦਾ ਅਸਰ ਪੈਂਦਾ ਹੈ ਜੀ। ਹਰ ਇੱਕ ਦਾ ਅਸਰ ਨਹੀਂ ਪੈਂਦਾ। ਮੇਰੇ ਵਰਗਾ ਬੰਦਾ ਜਿਹਨੇ ਪੈਸੇ ਲੈ ਕੇ ਪੜ੍ਹਨੀ, ਉਹਦਾ ਕੋਈ ਅਸਰ ਨਹੀਂ ਤੇ ਪੈਣਾ। ਠੀਕ ਹੈ, ਪੁੰਨ ਤੁਹਾਨੂੰ ਮਿਲੇਗਾ। ਤੁਸੀਂ ਮਾਇਆ ਦੇ ਕੇ ਬਾਣੀ ਪੜ੍ਹਵਾਈ ਹੈ, ਪੁੰਨ ਤੁਹਾਨੂੰ ਮਿਲੇਗਾ, ਕੋਈ ਸ਼ੱਕ ਨਹੀਂ। ਪਰ ਚੇਤਾ ਰੱਖਿਓ, ਮਹਾਰਾਜ ਜੀ ਦੀ ਬਾਣੀ ਕੋਈ ਜੀਵਨ ਵਾਲਾ ਸਿੱਖ ਪੜ੍ਹ ਰਿਹਾ ਹੋਏਗਾ, ਹਵਾ 'ਤੇ ਅਸਰ ਹੋ ਜਾਏਗਾ ਉਹਦਾ ਜੀ, ਵਾਤਾਵਰਣ 'ਤੇ ਅਸਰ ਹੋ ਜਾਏਗਾ।
ਬਾਣੀ ਦਾ ਤਾਂ ਇੰਨਾ ਵੱਡਾ ਪ੍ਰਤਾਪ 'ਚ ਕਹਿੰਦੇ ਰੁੱਖ ਨੂੰ ਫਲ ਲੱਗਦੇ ਹੁਣ ਖੱਟੇ ਤੇ ਕੌੜੇ, ਤੇ ਕੋਈ ਪਿਆਰ ਵਾਲਾ ਬਹਿ ਕੇ ਬਾਣੀ ਪੜ੍ਹਦੇ ਨਾ ਜੀ, ਉਹਨੂੰ ਫਲ ਮਿੱਠੇ ਲੱਗਣੇ ਸ਼ੁਰੂ ਹੋ ਜਾਣਗੇ ਜੀ। ਬਾਣੀ ਦਾ ਇੰਨਾ ਵੱਡਾ ਪ੍ਰਤਾਪ ਹੈ, ਬਾਣੀ ਦਾ ਇੰਨਾ ਵੱਡਾ ਪ੍ਰਤਾਪ ਹੈ। ਸੁੱਕਾ ਰੁੱਖ ਹੋਵੇ ਜੀਵਨ ਵਾਲਾ ਸਿੱਖ, ਜਿਹਦੇ ਤਨ ਮਨ ਵਿੱਚ ਬਾਣੀ ਵਸੀ ਹੈ, ਉਹ ਬਾਣੀ ਪੜ੍ਹਦੇ ਰੁੱਖ ਹਰਿਆ ਹੋ ਜਾਏਗਾ ਜੀ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੂਕੇ ਹਰੇ ਕੀਏ ਖਿਨ ਮਾਹੇ। ਕਿੰਨੇ ਪ੍ਰਮਾਣ ਬਾਣੀ ਦੇ ਵਿੱਚ ਆਉਂਦੇ ਆ ਜੀ, ਅਸਰ ਪੈਂਦਾ ਬਾਣੀ ਦਾ। ਇਸ ਕਰਕੇ ਪਿਆਰ ਵਾਲੇ ਗੁਰਸਿੱਖ ਜਿਹੜੇ ਵਾਕਈ ਦਿਲੋਂ ਬਾਣੀ ਪੜ੍ਹਦੇ ਹੋਣ, ਉਹਨਾਂ ਦਾ ਅਸਰ ਪੈਂਦਾ ਹੈ ਜੀ। ਤੇ ਅਸਰ ਹਰ ਇੱਕ ਦਾ ਹੀ ਪੈ ਜਾਣਾ, ਪਰ ਉਹਨਾਂ ਦਾ ਬਹੁਤ ਛੇਤੀ ਪੈਂਦਾ ਹੈ ਜਿਨ੍ਹਾਂ ਦੇ ਅੰਦਰ ਬਾਣੀ ਵਸੀ ਹੋਈ ਜੀ। ਉਹ ਸਿੱਖ ਦੇ ਅੰਦਰ ਬਾਣੀ ਵਸੀ ਸੀਗੀ ਜੀ। ਹਾਂਜੀ। ਪਾਠ ਕਰ ਨਰ ਕੋ ਸੋ ਬੁਲਵਾਇਓ। ਪਾਠ ਕਰ ਨਰ ਕੋ ਸੋ ਬੁਲਵਾਇਓ। ਕਹਿੰਦੇ ਮੈਂ ਫਿਰ ਉਹ ਵਜ਼ੀਰ ਖਾਂ ਕਹਿੰਦਾ ਮੈਂ ਆਪਣਾ ਨੌਕਰ ਭੇਜਿਆ, ਉਸ ਸਿੱਖ ਨੂੰ ਸੱਦ ਕਹਿਣ ਲੱਗੇ। ਹਾਂਜੀ। ਜਬ ਗੁਰ ਸਿੱਖ ਨਿਕਟ ਚੱਲ ਆਇਓ। ਜਦੋਂ ਉਹ ਸਿੱਖ ਨੂੰ ਘਰੋਂ ਸੱਦਣ ਗਿਆ, ਸਿੱਖ ਆਇਆ ਮੇਰੇ ਕੋਲ ਬੈਠਾ। ਹਾਂਜੀ। ਸਭ ਬਿਰਤਾਤ ਬੂਝ ਕਰ ਰਾਖਾ। ਉਹਨੇ ਫਿਰ ਮੈਨੂੰ ਸਾਰੀ ਗੱਲ ਪੁੱਛੀ ਵੀ ਤੂੰ ਦੁਖੀ ਕਿਉਂ ਹੈ। ਵਜ਼ੀਰ ਖਾਂ ਕਹਿੰਦਾ ਮੈਂ ਉਹਨੂੰ ਸੱਚ ਸੱਚ ਦੱਸਿਆ, ਪਿਆਰਿਆ ਵੈਦਾਂ ਹਕੀਮਾਂ ਨੇ ਹੱਥ ਖੜੇ ਕਰਤੇ, ਪਤਾ ਨਹੀਂ ਤੂੰ ਕੀ ਪੜ੍ਹਦਾ ਜਾ ਰਿਹਾ ਸੈਂ, ਪਰ ਜਿੰਨਾ ਚਿਰ ਤੱਕ ਉਹ ਆਵਾਜ਼ ਮੇਰੇ ਕੰਨ 'ਚ ਪੈਂਦੀ ਰਹੀ ਹੈ, ਉਹਨਾਂ ਚਿਰ ਤੱਕ ਮੇਰੇ ਦੁੱਖ ਤਕਲੀਫ ਦੂਰ ਹੋ ਜਾਂਦੀ ਹੈ। ਪਤਾ ਨਹੀਂ ਤੂੰ ਕੀ ਪੜ੍ਹਦਾ, ਤੂੰ ਕੀ ਪੜ੍ਹਦਾ। ਹਾਂਜੀ। ਪਾਠ ਸੁਖ ਮਨੇ ਥਿਤ ਹੋਵੇ ਭਾਖਾ। ਤੇ ਕਹਿਣ ਲੱਗਾ ਫਿਰ ਉਸ ਸਿੱਖ ਨੇ ਮੈਨੂੰ ਦੱਸਿਆ, ਮੈਂ ਆਪਣੇ ਗੁਰਦੇਵ, ਆਪਣੇ ਮਾਲਕ, ਆਪਣੇ ਰੱਬ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ। ਕਹਿਣ ਲੱਗੇ ਪਾਠ ਕਰਦਾ। ਮੈਂ ਅੱਗੇ ਪਹਿਲਾਂ ਵੀ ਬੇਨਤੀ ਕੀਤੀ, ਫਿਰ ਕਰ ਦਿੰਦਾ। ਕਹਿੰਦੇ ਨਾਗਮਣੀ ਹੁੰਦੀ, ਨਾਗਮਣੀ ਕਿਸੇ ਨੇ ਵੇਖੀ? ਨਹੀਂ ਵੇਖੀ ਜੀ। ਇੱਕ ਕਹਿੰਦੇ ਚਿੰਤਾਮਣੀ ਹੁੰਦੀ ਜੀ, ਜਿਹਦੇ ਕੋਲ ਹੋਵੇ ਉਹਨੂੰ ਚਿੰਤਾ ਨਹੀਂ ਹੁੰਦੀ, ਪਰ ਕਿਸੇ ਨੇ ਵੇਖੀ ਜੀ? ਨਹੀਂ ਵੇਖੀ ਜੀ। ਗੁਰੂ ਅਰਜਨ ਦੇਵ ਜੀ ਤੁਹਾਨੂੰ ਸੁੱਖਾਂ ਦੀ ਮਣੀ ਦੇ ਗਏ, ਜਿੰਨੀ ਜਪੋਗੇ ਉਨੇ ਸੁੱਖ ਵਧਣਗੇ ਜੀ। ਹਾਂਜੀ। ਤੇ ਨਾਮ ਹੀ ਬਾਣੀ ਦਾ ਰੱਖ ਦਿੱਤਾ ਸੁਖਮਨੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਹਾਂਜੀ। ਜਬ ਲਓ ਸੁਨਿਓ ਨਾ ਪੀਰਾ ਭਈ, ਹਟੇ ਪਾਠ ਪੁਨ ਤੈਸੇ ਥਈ। ਮਹਾਰਾਜ ਗਰੀਬ ਨਵਾਜ ਉਸ ਸਿੱਖ ਨੇ ਮੇਰੇ ਸਿਰਹਾਣੇ ਬੈਠ ਕੇ ਸਾਰਾ ਹੀ ਸੁਖਮਨੀ ਸਾਹਿਬ ਦਾ ਪਾਠ ਕੀਤਾ। ਫਿਰ ਪਿਆਰ ਨਾਲ ਜਿੰਨਾ ਚਿਰ ਤੇ ਉਹ ਪਾਠ ਕਰਦਾ ਰਿਹਾ, ਸੱਚੇ ਪਾਤਸ਼ਾਹ ਮੇਰਾ ਦੁੱਖ ਦੂਰ ਰਿਹਾ। ਪਰ ਹਟੇ ਪਾਠ ਪੁਨ ਤੈਸੇ ਭਈ, ਮਹਾਰਾਜ ਜਦੋਂ ਬਾਣੀ ਦਾ ਪਾਠ ਕਰਨੋਂ ਹਟ ਗਿਆ, ਮੈਂ ਫਿਰ ਤੜਪਣ ਲੱਗ ਪਿਆ ਜੀ। ਮਤਲਬ ਸ਼ਾਂਤੀ ਬਾਣੀ ਨਾਲ ਮਿਲਣੀ ਜੀ। ਹਾਂਜੀ। ਤਬ ਮੈਂ ਸਿੱਖ ਅਪਰ ਢਿਗ ਰਾਖੇ। ਫਿਰ ਕੀ ਸੀ ਸੱਚੇ ਪਾਤਸ਼ਾਹ, ਮੈਂ ਗੁਰਸਿੱਖਾਂ ਨੂੰ ਹੱਥ ਜੋੜ ਜੋੜ ਕੇ ਬੇਨਤੀ ਕਰਨੀ, ਮੇਰੇ ਸਿਰਹਾਣੇ ਬੈਜੋ, ਮੈਨੂੰ ਪਾਠ ਸੁਣਾ ਦਿਓ ਸੁਖਮਨੀ ਸਾਹਿਬ ਦਾ। ਹਾਂਜੀ। ਨਿਸ ਦਿਨ ਪਾਠ ਸੁਖਮਨੀ ਭਾਖੇ। ਫਿਰ ਕੀ ਰਾਤ ਤੇ ਕੀ ਦਿਨ, ਦਿਨ ਰਾਤ ਮੇਰੇ ਸਿਰਹਾਣੇ ਬੈਠ ਕੇ ਉਹਨਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਜੀ। ਬੜੀ ਤਾਕਤ ਤੇ ਸੁਖਮਨੀ ਸਾਹਿਬ ਵਿੱਚ ਜੀ। ਅਸੀਂ ਪਾਠ ਕਰਕੇ ਰਾਜੀ ਨਹੀਂ ਹੈਗੇ, ਫਿਰ ਅਸੀਂ ਕਹਿੰਦੇ ਦੁਖੀ ਬੜੇ ਹੈਗੇ ਜੀ। ਹਾਂਜੀ। ਮਹਾਰਾਜ ਨੇ ਤੇ ਸੁੱਖਾਂ ਦੀ ਮਣੀ ਦਿੱਤੀ ਹੈ ਜੀ। ਪੜ੍ਹੇ ਬੰਦਾ ਨਿਯਮ ਨਾਲ ਪੜ੍ਹੇ, ਦਿਨ ਰਾਤ ਦਾ ਮੋਰਚਾ ਲਾ ਲਿਆ। ਜੇ ਨਹੀਂ ਨਿਯਮ ਰੱਖੇ ਜਾਂਦੇ ਤੇ ਜੀ ਸਭ ਦੁਸ਼ਮਣ ਆ ਕੇ ਪੈਰਾਂ 'ਚ ਝੁਕ ਜਾਣਗੇ ਜੀ, ਪਰ ਲਾਇਆ ਨਹੀਂ ਜਾਂਦਾ ਜੀ। ਹਾਂਜੀ। ਮਾਨਿਓ ਗੁਰ ਹਿਤ ਕਰਨ ਕਰਾਹੋ, ਸੁਨਤ ਸੁਨਤ ਭਾ ਸਭ ਰੁਜਦਾਹ। ਫਿਰ ਕੀ ਸੀ, ਮੈਂ ਮਹਾਰਾਜ ਮਨ ਹੀ ਮਨ ਚ ਕੜਾ ਪ੍ਰਸ਼ਾਦ ਦੀ ਸੁਖਣਾ ਸੁਖ ਲਈ। ਅੱਜ ਹੋਰ ਕੱਲ ਹੋਰ ਸੱਚੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦਿਆਂ 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 ਸੁਨਤ ਸੁਨਤ ਭਾ ਸਭ ਰੁਜਦਾ, ਮੇਰਾ ਸਾਰਾ ਹੀ ਦੁੱਖ ਦੂਰ ਹੋ ਗਿਆ। ਕਹਿਣ ਲੱਗੇ
ਸਾਰਾ ਹੀ ਦੂਰ ਹੋ ਗਿਆ। ਆਖੋ ਵਾਹਿਗੁਰੂ ਵਾਹਿਗੁਰੂ। ਬੜਾ ਆਨੰਦ ਸੁਖਮਣੀ ਸਾਹਿਬ ਚ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ। ਕਿੰਨਾ ਆਨੰਦ ਹੈ ਇਸ ਬਾਣੀ ਵਿੱਚ ਜੀ। ਹਾਂਜੀ, ਕਿਤਕ ਦਿਓ ਸਮਹਿ ਭਇਓ ਆਰਾਮ। ਕੁਝ ਦਿਨਾਂ ਵਿੱਚ ਹੀ ਮੈਨੂੰ ਆਰਾਮ ਪੈ ਗਿਆ ਸੱਚੇ ਪਾਤਸ਼ਾਹ। ਵੈਦ ਹਕੀਮ ਬਾਹਾਂ ਖੜੀਆਂ ਕਰਕੇ ਵੀ ਅਸੀਂ ਤੈਨੂੰ ਠੀਕ ਨਹੀਂ ਕਰ ਸਕਦੇ, ਬਾਣੀ ਨੇ ਕੁਝ ਦਿਨਾਂ 'ਚ ਹੀ ਮੈਨੂੰ ਰਾਜੀ ਕਰ ਦਿੱਤਾ ਜੀ। ਪਿਆਰਿਓ, ਸੁਖਮਨੀ ਸਾਹਿਬ ਤੇ ਬਹੁਤ ਵੱਡਾ ਜੀ। ਇਰਾਦਾ ਬਣਾਓ ਤੇ ਮੂਲ ਮੰਤਰ ਕਰਨ ਲੱਗ ਪਓ ਜੀ। ਹਾਂਜੀ, ਮਿਹਰ ਹੋ ਜਾਂਦੀ ਜੀ। ਕੋਈ ਸ਼ਰਾਬੀ ਬੰਦਾ ਸ਼ਰਾਬ ਛੱਡਣੀ ਚਾਹੁੰਦਾ, ਇਰਾਦਾ ਬਣਾ ਲੇ, ਮੂਲ ਮੰਤਰ ਦਾ ਪਾਠ ਕਰਨ ਲੱਗ ਪਵੇ, ਸ਼ਰਾਬ ਵੱਲ ਵੇਖੇਗਾ ਨਹੀਂ ਉਹ ਜੀ। ਕਰੇ ਮਨੋ ਪ੍ਰੇਮ ਨਾਲ ਜੀ, ਬਾਣੀ ਅੰਦਰ ਜਾਏਗੀ ਜੀ। ਹਾਂਜੀ, ਬਾਣੀ ਦਾ ਅਸਰ ਕਿਉਂ ਨਹੀਂ ਹੁੰਦਾ? ਅਸੀਂ ਬਾਣੀ ਨੂੰ ਅੰਦਰ ਜਾਣ ਨਹੀਂ ਦਿੰਦੇ। ਤੇ ਜਦੋਂ ਬੰਦਾ ਦੁਖੀ ਹੁੰਦਾ ਨਾ ਜੀ, ਫਿਰ ਪ੍ਰੇਮ ਨਾਲ ਸੁਣਦਾ ਤੇ ਬਾਣੀ ਅੰਦਰ ਜਾਂਦੀ ਹੈ ਜੀ। ਮੈਂ ਅੱਗੇ ਬੜੀ ਵਾਰੀ ਤੁਹਾਨੂੰ ਦੱਸਿਆ, ਕੰਨਾਂ ਰਾਹੀਂ, ਜੀਭ ਰਾਹੀਂ, ਅੱਖਾਂ ਰਾਹੀਂ ਬਾਣੀ ਬੰਦੇ ਦੇ ਅੰਦਰ ਜਾਂਦੀ ਹੈ ਜੀ। ਇੱਥੋਂ ਤੱਕ ਇੱਕ ਗੁਰਮੁਖ ਕਹਿੰਦੇ ਉਂਗਲ ਦੇ ਪੋਟਿਆਂ ਰਾਹੀਂ ਵੀ ਅੰਦਰ ਚਲੇ ਜਾਂਦੀ ਜੀ। ਹਾਂਜੀ, ਬਾਣੀ ਅੰਦਰ ਜਾਏਗੀ, ਦੁੱਖਾਂ ਦਾ ਨਾਸ ਹੋਏਗਾ ਜੀ। ਹਾਂਜੀ, ਕਰ ਸਨਾਨ ਰੁੱਝ ਗਏ ਤਮਾਮ। ਸੱਚੇ ਪਾਤਸ਼ਾਹ ਮੈਨੂੰ ਪੂਰਾ ਹੀ ਆਰਾਮ ਆ ਗਿਆ ਬਾਣੀ ਸੁਣ ਕੇ। ਤੇ ਮੈਂ ਫਿਰ ਕੀ ਕੀਤਾ? ਇਸ਼ਨਾਨ ਪਾਨ ਕੀਤਾ, ਮੇਰਾ ਸਾਰਾ ਦੁੱਖ ਹੀ ਖਤਮ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ, ਜ਼ਿੰਦਗੀ 'ਚ ਜਿਹਦੇ ਕੁਝ ਨਾ ਕੁਝ ਵਰਤ ਜਾਂਦਾ ਫਿਰ ਉਹ ਪੱਕਾ ਹੀ ਜੁੜ ਜਾਂਦਾ ਜੀ। ਵਜ਼ੀਰ ਖਾਂ ਐਵੇਂ ਨਹੀਂ, ਨੌਕਰ ਜਹਾਂਗੀਰ ਦਾ 'ਚ ਪਿਆਰ ਗੁਰੂ ਘਰ ਨਾਲ ਕਰਦਾ ਜੀ। ਹੈ ਮੁਸਲਮਾਨ, ਪਿਆਰ ਗੁਰੂ ਘਰ ਨਾਲ ਕਰਦਾ। ਕਿਉਂ? ਉਹਦੀ ਜ਼ਿੰਦਗੀ 'ਚ ਵਰਤਾਰਾ ਵਰਤਿਆ ਹੈ ਜੀ। ਉਹਦੀ ਜ਼ਿੰਦਗੀ 'ਚ ਕੁਝ ਘਟ ਗਿਆ ਜੀ, ਘਟਨਾ ਵਰਤ ਗਈ, ਉਹ ਗੁਰੂ ਸਾਹਿਬ ਨਾਲ ਜੁੜ ਗਿਆ ਜੀ। ਹਾਂਜੀ, ਵੱਡੇ ਗੁਰ ਨਟਿਗ ਮੈਂ ਤਬ ਆਇਓ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਨੀਆ ਦੇ ਮਾਲਕ ਜੀ। ਫਿਰ ਸਮਾਂ ਬਣਿਆ ਸੀ, ਮੈਂ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕੋ ਆਇਆ ਸਾਂ। ਹਾਂਜੀ, ਸਕਲ ਬਿਨੈ ਭਨ ਸੀਸ ਨਿਵਾਇਓ। ਮੈਂ ਸਾਰੀ ਬੇਨਤੀ ਕੀਤੀ ਸੀ, ਸਿਰ ਝੁਕਾਇਆ ਸੀ, ਉਹਨਾਂ ਨੇ ਮੇਰੇ ਤੇ ਮਿਹਰ ਕੀਤੀ ਸੀ। ਫਿਰ ਹਾਂਜੀ, ਔਰ ਸਰਦਾ ਲੱਖ ਕੈ ਸਿੱਖ ਕੀਨੋ। ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਮੇਰੇ ਅੰਦਰ ਦਾ ਪਿਆਰ ਵੇਖ ਕੇ ਮੈਨੂੰ ਆਪਣਾ ਸਿੱਖ ਬਣਾ ਲਿਆ ਸੀ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ, ਮੇਰੇ ਵਰਗਾ ਆਪੇ ਹੀ ਰੌਲਾ ਪਾਉਂਦਾ ਰਹਿੰਦਾ, ਮੈਂ ਸਿੱਖਿਆ, ਮੈਂ ਸਿੱਖਿਆ, ਮੈਂ ਸਿੱਖਿਆ। ਇਸ ਤਰ੍ਹਾਂ ਗੱਲ ਨਹੀਂ ਬਣਨੀ। ਗੱਲ ਉਸ ਦਿਨ ਬਣਨੀ ਜਿੱਦਣ ਗੁਰੂ ਨੇ ਮਿਹਰ ਕਰਕੇ ਸਿੱਖ ਬਣਾਇਆ ਜੀ। ਹਾਂ, ਯਤਨ ਕਰਨਾ, ਹੀ ਕੋਸ਼ਿਸ਼ ਕਰਨੀ ਹੈ ਅਸੀਂ ਗੁਰੂ ਦੇ ਸਿੱਖ ਬਣ ਜਾਈਏ ਜੀ, ਸਿੰਘ ਸੱਜ ਜਾਈਏ, ਗੁਰੂ ਜੀ ਨਾਲ ਪਿਆਰ ਕਰੀਏ। ਪਰ ਚੇਤਾ ਰੱਖਿਓ, ਗੁਰੂ ਨੇ ਉਦਣ ਮਿਹਰ ਕਰਨੀ ਜਦੋਂ ਸਾਡਾ ਅੰਦਰ ਵੇਖਣਾ ਹੈ ਜੀ। ਬਾਹਰੋਂ ਗਰੀਬ ਹੋਵੇ ਕੋਈ ਗੱਲ ਮਹਿੰਦੇ ਨਹੀਂ ਰੱਖਦੀ ਜੀ, ਅੰਦਰ ਅਮੀਰ ਹੋਣਾ ਚਾਹੀਦਾ ਜੀ। ਔਰ ਸ਼ਰਧਾ ਲੱਖ ਕੈ ਸਿੱਖ ਕੀਨੋ। ਵਜ਼ੀਰ ਖਾਂ ਕਹਿਣ ਲੱਗਾ, ਮਹਾਰਾਜ ਮੇਰੇ ਮਨ ਦੀ ਸ਼ਰਧਾ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਆਪਣਾ ਸਿੱਖ ਬਣਾ ਲਿਆ। ਹਾਂਜੀ, ਲਿਓ ਅਲੰਬ ਪਇਓ ਰੁਝਹੀਨੋ। ਮੈਂ ਫਿਰ ਪੱਕਾ ਹੀ ਗੁਰੂ ਜੀ ਦੇ ਚਰਨਾਂ ਦਾ ਆਸਰਾ ਰੱਖਿਆ। ਉਹ ਦਿਨ ਗਿਆ, ਆਹ ਦਿਨ ਆਇਆ। ਉਸ ਦਿਨ ਤੋਂ ਬਾਅਦ ਮੈਨੂੰ ਜਲੋਦਰ ਦੇ ਰੋਗ ਨੇ ਤੰਗ ਹੀ ਨਹੀਂ ਕੀਤਾ ਮਹਾਰਾਜ। ਮੈਨੂੰ ਨਹੀਂ ਉਹ ਰੋਗ ਹੋਇਆ। ਨਹੀਂ ਤੇ ਪਤਾ ਕੀ ਹੁੰਦਾ ਜੀ, ਕੁਝ ਦਿਨ ਪੇਟ ਸਾਫ਼ ਰਹਿੰਦਾ, ਫਿਰ ਪਾਣੀ ਭਰਨ ਲੱਗ ਪੈਂਦਾ ਜੀ। ਫਿਰ ਇਲਾਜ ਹੁੰਦਾ, ਫਿਰ ਪਾਣੀ ਭਰਨ ਲੱਗ ਪੈਂਦਾ ਜੀ। ਫਿਰ ਇਲਾਜ ਹੁੰਦਾ, ਫਿਰ ਪਾਣੀ ਪੇਟ 'ਚ ਭਰਨ ਲੱਗ ਪੈਂਦਾ। ਬੰਦਾ ਦੁਖੀ ਰਹਿੰਦਾ। ਵਜ਼ੀਰ ਖਾਂ ਕਹਿੰਦਾ, ਮਹਾਰਾਜ ਮੇਰੇ ਤੇ ਇੰਨੀ ਮਿਹਰ ਵਰਤੀ, ਮੈਨੂੰ ਮੁੜ ਦੁੱਖ ਆਇਆ ਹੀ ਨਹੀਂ। ਕਹਿਣ ਲੱਗਾ, ਗੁਰੂ ਅਰਜਨ ਸਾਹਿਬ ਜੀ ਦੀ ਕਿਰਪਾ ਹੋਈ। ਮਹਾਰਾਜ ਮੈਂ ਸੁਣ ਕੇ ਸੁਖਮਣੀ ਸਾਹਿਬ ਜ਼ੁਬਾਨੀ ਯਾਦ ਕਰ ਲਿਆ। ਹਾਂਜੀ, ਇਮ ਮੋਹ ਕਹੋ ਗੁਰ ਭੇ ਸੁਖਦਾਈ। ਇਸ ਕਰਕੇ ਮੈਨੂੰ ਤਾਂ ਸਾਰੇ ਸੁੱਖ ਹੀ ਗੁਰੂ ਸਾਹਿਬ ਕੋਲੋਂ ਮਿਲੇ ਆ। ਮੇਰੇ ਲਈ ਗੁਰੂ ਸਾਹਿਬ ਬੜੇ ਹੀ ਸੁਖਦਾਈ ਹਨ।
ਹਾਂਜੀ, ਰੋਗ ਸੋਗ ਤੇ ਲੀਨ ਬਚਾਈ। ਮੈਨੂੰ ਰੋਗ ਤੋਂ ਵੀ ਬਚਾ ਲਿਆ ਤੇ ਮੈਨੂੰ ਸੋਗ ਤੋਂ ਵੀ ਬਚਾ ਲਿਆ। ਸੋਗ ਚਿੰਤਾ ਜੀ, ਰੋਗ ਸੋਗ ਬੜਾ ਚਿੰਤਤ ਕਰਦੇ, ਕੁੱਲ ਸੰਸਾਰ ਦੁਖੀ ਹੋਇਆ ਪਿਆ ਤੇ ਜੀ। ਮੈਨੂੰ ਕਈ ਵਾਰੀ ਲੋਕ ਜਦੋਂ ਫੋਨ ਕਰਦੇ ਬੜੇ ਬੜੇ ਦੁੱਖ ਦੱਸਦੇ ਜੀ ਆਪਣੇ ਜੀ, ਸੁਣ ਸੁਣ ਕੇ ਦੁਖੀ ਹੋ ਜਾਈਦਾ, ਤੇ ਜਿਹੜੇ ਦੁੱਖ ਨੂੰ ਭੋਗਣ ਦੇ ਉਹ ਕਿੰਨੇ ਦੁਖੀ ਹੋਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮੇਰੇ ਤੇ ਮਿਹਰ ਕੀਤੀ, ਮੈਨੂੰ ਰੋਗ ਸੋਗ ਤੋਂ ਬਚਾ ਲਿਆ। ਸੰਗਤ ਜੀ ਹੁਣ ਤੁਸੀਂ ਗੱਲ ਸੁਣੋ, ਇੱਕ ਮੁਸਲਮਾਨ ਬੰਦਾ ਜੀ ਗੁਰੂ ਜੀ ਦੀ ਬਾਣੀ ਸੁਖਮਣੀ ਸਾਹਿਬ ਪਹਿਲਾਂ ਸੁਣੀ ਜੀ ਉਹਨੇ, ਫਿਰ ਪੜ੍ਹਿਆ ਤੇ ਕਿੰਨਾ ਸੁਖੀ ਹੋ ਗਿਆ। ਤੇ ਆਪਾਂ ਵੇਖ ਲਈਏ ਜੀ, ਇੱਕ ਕੰਮ ਕਰੀਏ ਸਾਰੇ ਰਲ ਕੇ ਜੀ, ਹੋਰ ਨਹੀਂ ਨਾ, ਜ਼ਿਆਦਾ ਕੁਝ ਨਹੀਂ। ਚਲੋ ਜਿਹਦੀ ਸੁਰਤੀ ਬਿਰਤੀ ਨਹੀਂ ਕੰਮ ਕਰਦੀ, ਮੈਂ ਉਹਨੂੰ ਨਹੀਂ ਕਹਿੰਦਾ, ਜਿਹਦੀ ਸੁਰਤੀ ਬਿਰਤੀ ਕੰਮ ਕਰਦੀ ਹੈ ਉਹ ਸੁਖਮਣੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਕਰਕੇ ਵੇਖ ਲਵੇ ਜੀ, ਯਾਦ ਕਰਕੇ ਵੇਖ ਲੈ, ਇਹਦੇ 'ਚ ਕੀ ਹੈ। 40 ਦਿਨ ਜਾਂ 2 ਮਹੀਨੇ ਲਗਾਤਾਰ ਪਾਠ ਕਰੋ, ਤੁਹਾਨੂੰ ਯਾਦ ਹੋ ਜਾਏਗਾ ਜੀ। ਮੈਂ ਬੜੀ ਵਾਰੀ ਤੁਹਾਨੂੰ ਗੱਲ ਸੁਣਾਈ ਡਾਕਟਰ ਰਵੀ ਦੀ, ਉਹਦਾ ਪਿਤਾ ਚਾਲਾ ਮਾਰ ਗਿਆ, ਹਿੰਦੂ ਪਰਿਵਾਰ, ਮਾਂ ਨੇ ਕੱਪੜੇ ਸੀਣੇ, 5 ਪਾਠ ਸੁਖਮਣੀ ਸਾਹਿਬ ਦੇ ਨਾਲ ਕਰਨੇ ਜੀ। ਦੋਵੇਂ ਪੁੱਤ ਤੇ ਦੋਵੇਂ ਵੱਡੇ ਡਾਕਟਰ ਬਣੇ ਜੀ। ਫਿਰ ਜੀ ਬਾਣੀ ਦੀ ਕਿਰਪਾ ਵਰਤਦੀ ਹੈ। ਜਿੰਨੀ ਛੇਤੀ ਘਰ ਚੋਂ ਗਰੀਬੀ ਸੁਖਮਣੀ ਸਾਹਿਬ ਕੱਢਦੀ ਹੈ ਨਾ, ਮਹਾਰਾਜ ਜੀ ਜਾਣਦੇ ਆ ਜੀ, ਬੜੀ ਛੇਤੀ ਸੁਖਮਣੀ ਸਾਹਿਬ ਗਰੀਬੀ ਕੱਢ ਦਿੰਦਾ ਜੀ। ਸੌਖੀ ਸੌਖਾ ਆ ਜਾਂਦੇ, ਸੌਖੀ ਸੌਖਾ ਆ ਜਾਂਦੇ ਜੀ। ਇਹ ਵਰਤਦੀਆਂ ਨੇ ਗੱਲਾਂ ਜੀ। ਕਿਉਂ? ਮਹਾਰਾਜ ਨੇ ਬਾਣੀ ਐਸੀ ਰਚੀ ਹੈ। ਮਹਾਰਾਜ ਨੇ ਕਿਹਾ ਸੀ 24,000 ਸਵਾਸ ਦਿਨ ਦੇ ਨੇ, ਅੱਖਰ ਲਗਾ ਮਾਤਰਾ ਕੁੱਲ ਮਿਲਾ ਕੇ ਸੁਖਮਣੀ ਸਾਹਿਬ ਦੇ 24,000 ਨੇ। ਇੱਕ ਪਾਠ ਕਰੇਗਾ ਇੱਕ ਦਿਨ ਦੇ 24,000 ਸਵਾਸ ਸਫਲੇ ਹੋ ਜਾਣਗੇ। ਕਿੱਡਾ ਵੱਡਾ ਪ੍ਰਤਾਪ ਹੈ ਜੀ। ਹਾਂਜੀ, ਤਬ ਕੋ ਮੈਂ ਸਿੱਖ ਰਾਵਰ ਘਰ ਕੋ। ਸੱਚੇ ਪਾਤਸ਼ਾਹ ਮੈਂ ਤੇ ਉਸ ਦਿਨ ਤੋਂ ਹੀ ਤੁਹਾਡੇ ਘਰ ਦਾ ਸਿੱਖ ਹਾਂ। ਹਾਂਜੀ, ਅਪਰ ਨਾ ਪ੍ਰਿਯ ਤੁਮ ਤੇ ਮਮ ਉਰ ਕੋ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਵਜ਼ੀਰ ਖਾਂ ਕਹਿਣ ਲੱਗਾ, ਮਹਾਰਾਜ ਤੁਹਾਡੇ ਤੋਂ ਵੱਧ ਮੈਨੂੰ ਹੋਰ ਦੁਨੀਆ 'ਚ ਵੱਧ ਕੋਈ ਪਿਆਰਾ ਨਹੀਂ ਹੈਗਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਸਭ ਤੋਂ ਵੱਧ ਪਿਆਰੇ ਤੁਸੀਂ ਲੱਗਦੇ ਹੋ, ਹੋਰ ਨਹੀਂ ਕੋਈ ਲੱਗਦਾ। ਹਾਂਜੀ, ਮੁਝ ਤੇ ਸੇਵਾ ਬਣੀ ਨਾ ਕੋਈ। ਹਾਂਜੀ, ਕ੍ਰਿਤ ਅਚਾਨਕ ਲਵਪੁਰ ਹੋਈ। ਮਹਾਰਾਜ ਮੈਨੂੰ ਇਸ ਗੱਲ ਦਾ, ਇੱਕ ਗੱਲ ਦਾ ਦੁੱਖ ਹੈ ਕਿ ਮੈਂ ਕੁਝ ਕਰ ਨਹੀਂ ਸਕਿਆ, ਮੇਰੇ ਕੋਲੋਂ ਕੁਝ ਗੱਲ ਬਣੀ ਨਹੀਂ ਲਾਹੌਰ ਵਿੱਚ ਜੋ ਵਰਤਿਆ। ਭਾਵ ਮਹਾਰਾਜ ਜੀ ਦੀ ਸ਼ਹੀਦੀ। ਹਾਂਜੀ, ਸਾਹੋ ਸੰਗ ਚੜ ਕਰ ਚੱਲ ਗਏ, ਕਿਸਤੇ ਸੁਧ ਨਹਿ ਸੁਨਤੇ ਪਏ। ਇਹ ਮਹਾਰਾਜ ਅੰਦਰ ਹੀ ਅੰਦਰ ਸਾਰਾ ਕੁਝ ਕਰਤਾ। ਅਸੀਂ ਤੇ ਜਹਾਂਗੀਰ ਨਾਲ ਕਸ਼ਮੀਰ ਵਾਲੇ ਪਾਸੇ ਚਲੇ ਗਏ, ਪਿੱਛੋਂ ਲਾਹੌਰ 'ਚ ਜੋ ਕੀਤਾ ਚੰਦੂ ਨੇ ਅੰਦਰੋਂ ਅੰਦਰ ਕੀਤਾ ਮਹਾਰਾਜ। ਹਾਂਜੀ, ਜਿਮ ਰਾਵਰ ਕੇ ਪਿਤਾ ਮਹਾਨ, ਗਨ ਤੁਰਕਨ ਮਹਿ ਮੁਝ ਸੁਖਦਾਨ। ਗੱਜ ਕੇ ਆਖੋ ਵਾਹਿਗੁਰੂ। ਬਾਕੀ ਸੱਚੇ ਪਾਤਸ਼ਾਹ ਆਪ ਜੀ ਦੇ ਪਿਤਾ ਜੀ ਦੇ ਕਹਿਣੇ ਕਿਆ ਹੀ ਸਨ ਮਹਾਰਾਜ। ਤੁਹਾਡੇ ਪਿਤਾ ਜੀ ਦੇ ਕਹਿਣੇ ਕੀ ਨੇ? ਤੁਰਕਾਂ ਦੇ ਵਿੱਚ ਮੈਨੂੰ ਸੁਖੀ ਕਰ ਦਿੱਤਾ, ਤੁਰਕਾਂ ਦੇ ਵਿੱਚ ਮੈਨੂੰ ਸੁਖੀ ਕੀਤਾ। ਸਭ ਆਪ ਜੀ ਦੇ ਪਿਤਾ ਜੀ ਦੀ ਕਿਰਪਾ। ਹਾਂਜੀ, ਤਿਮ ਅਬ ਕਿਰਪਾ ਆਪ ਕਰ ਦੀਨੀ, ਸਫਲੀ ਮੋਹਿ ਬਸੀ ਠੀਕੀਨੀ। ਤੇ ਮੇਰੇ ਤੇ ਹੁਣ ਤੁਸੀਂ ਕਿਰਪਾ ਕੀਤੀ, ਮੇਰੀ ਇੱਜ਼ਤ ਰੱਖ ਲਈ ਹੈ, ਮੇਰੇ ਕਹਿਣ ਤੇ ਤੁਸੀਂ ਦਿੱਲੀ ਚੱਲੇ ਹੋ, ਮੇਰੀ ਵਿਚੋਲਗੀ ਪ੍ਰਵਾਨ ਕਰ ਲਈ। ਇਹ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ। ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਤੁਸੀਂ ਗੱਲਾਂ ਸੁਣ ਰਹੇ ਜੇ ਵਜ਼ੀਰ ਖਾਂ ਦੀਆਂ, ਕਿੰਨੀ ਨਿਮਰਤਾ ਹੈਗੀ ਜੀ ਉਹਦੀਆਂ ਗੱਲਾਂ ਵਿੱਚ ਜੀ, ਕਿੰਨਾ ਪ੍ਰੇਮ ਝਲਕਦਾ ਜੀ, ਕਿੰਨੀ ਨਿਮਰਤਾ ਝਲਕਦੀ ਉਹਦੇ ਬਚਨਾਂ ਵਿੱਚ। ਹਾਂਜੀ, ਜਨ ਪ੍ਰੇਮੀ ਕੇ ਆਪ ਅਧੀਨ। ਤੇ ਫਿਰ ਨਾ ਜੀ ਵਜ਼ੀਰ ਖਾਂ ਬੈਰਾਗੀ ਹੋ ਗਿਆ ਜੀ। ਵਜ਼ੀਰ ਖਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਪਤਾ ਹੈ ਪਿਆਰ ਵਾਲੇ ਸੇਵਕਾਂ ਦੇ ਤੁਸੀਂ ਅਧੀਨ ਰਹਿੰਦੇ ਜੇ। ਸੱਚੇ ਪਾਤਸ਼ਾਹ ਜੋ ਪਿਆਰ ਵਾਲਾ ਤੁਹਾਨੂੰ ਕਵੇ ਮਹਾਰਾਜ ਤੁਸੀਂ ਉਹਦੀ ਗੱਲ ਨਹੀਂ ਮੋੜਦੇ।
ਤੇ ਹੈ ਵੀ ਗੱਲ ਸੱਚੀ 'ਚ। ਹਾਂਜੀ ਕਰੁਣਾ ਕਰਹੁ ਜਾਨ ਕਰ ਦੀਨ। ਮਹਾਰਾਜ ਪਿਆਰ ਵਾਲੇ ਨੂੰ ਗਰੀਬ ਜਾਣ ਕੇ, ਨਿਮਰਤਾ ਵਾਲਾ ਜਾਣ ਕੇ ਤੁਸੀਂ ਉਹਦੇ ਤੇ ਮਿਹਰ ਕਰ ਹੀ ਦਿੰਦੇ ਹੋ, ਕਰ ਹੀ ਦਿੰਦੇ ਹੋ। ਲਓ ਹੁਣ ਇੰਨੀ ਗੱਲ ਸੁਣ ਕੇ, ਕਥਾ ਸੁਣ ਕੇ ਉੱਠ ਕੇ ਘਰ ਥੋੜ੍ਹੀ ਚੱਲ ਜਾਣਾ ਜੀ ਆਪਾਂ ਮਹਾਰਾਜ ਨੂੰ ਅਰਦਾਸ ਕਰਨੀ, ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਪਿਆਰ ਪੈਦਾ ਕਰੋ ਮਹਾਰਾਜ, ਸਾਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ੋ, ਪ੍ਰੇਮਾ ਭਗਤੀ ਦੀ। ਜਿਹੜੇ ਪ੍ਰੇਮਾ ਭਗਤੀ ਕਰਦੇ ਮਹਾਰਾਜ ਉਹਨਾਂ ਦੇ ਵਸ ਵਿੱਚ ਰਹਿੰਦੇ ਜੇ। ਕਹੋ ਪ੍ਰੇਮ ਨਾਲ ਸ੍ਰੀ ਵਾਹਿਗੁਰੂ ਜੀ। ਪ੍ਰੇਮਾ ਭਗਤੀ ਕਰਨ ਵਾਲਿਆਂ ਦੇ ਵਸ 'ਚ ਰਹਿੰਦੇ ਜੇ ਮਹਾਰਾਜ। ਹਾਂਜੀ ਬਿਰਧ ਗਰੀਬ ਨਿਵਾਜ ਤੁਮਾਰਾ। ਵਜ਼ੀਰ ਖਾਨ ਇਹ ਗੱਲਾਂ ਕਰਦਾ ਬੈਰਾਗੀ ਹੋ ਗਿਆ, ਸੱਚੇ ਪਾਤਸ਼ਾਹ ਤੁਹਾਡਾ ਤੇ ਬਿਰਧ ਹੀ ਗਰੀਬ ਨਵਾਜ ਹੈ, ਗਰੀਬਾਂ ਦੇ ਉੱਤੇ ਦਇਆ ਕਰਨੀ, ਗਰੀਬਾਂ ਨੂੰ ਨਵਾਜਣਾ। ਗਮਨ ਮਤੋ ਕੀਏ ਸੋ ਸੰਭਾਰਾ। ਗੱਜ ਕੇ ਆਖੋ ਵਾਹਿਗੁਰੂ। ਉਹ ਤੁਸੀਂ ਮਿਹਰ ਕੀਤੀ, ਮੇਰੇ ਗਰੀਬ ਦੀ ਇੱਜ਼ਤ ਰੱਖ ਲਈ, ਸਾਡੇ ਨਾਲ ਜਾਣ ਦਾ ਫੁਰਨਾ ਬਣਾ ਲਿਆ ਤੁਸਾਂ। ਤਬ ਸਤਿਗੁਰ ਕਰ ਖੁਸ਼ੀ ਬਿਸਾਲੀ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਜੀ, ਵਜ਼ੀਰ ਖਾਨ ਦੀਆਂ ਗੱਲਾਂ ਸੁਣ ਕੇ ਨਾ ਮਹਾਰਾਜ ਬੜੇ ਖੁਸ਼ ਹੋਏ ਜੀ। ਤਬ ਸਤਿਗੁਰ ਕਰ ਖੁਸ਼ੀ ਵਿਸਾਲੀ। ਮਹਾਰਾਜ ਨੇ ਹੋਰ ਖੁਸ਼ੀ ਕੀਤੀ ਜੀ, ਉਹਦੇ ਤੇ ਹੋਰ ਖੁਸ਼ੀ ਕਰ ਦਿੱਤੀ ਜੀ। ਹਾਂਜੀ ਕਹਿਓ ਭਿਆਨ ਮਹੂਰਤ ਕਾਲੀ। ਤੇ ਚੇਤਾ ਰੱਖਿਓ ਸਾਡੀਆਂ ਖੁਸ਼ੀਆਂ ਤਾਂ 1-2 ਤੋਂ ਸ਼ੁਰੂ ਹੁੰਦੀਆਂ, ਗੁਰੂ ਦੀਆਂ ਖੁਸ਼ੀਆਂ ਵੀ ਲੱਖਾਂ ਤੋਂ ਸ਼ੁਰੂ ਹੁੰਦੀਆਂ। ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਮਹਾਰਾਜ ਕਹਿੰਦੇ ਵਜ਼ੀਰ ਖਾਂ ਕੱਲ ਚੱਲਾਂਗੇ, ਕਹਿਣ ਲੱਗੇ। ਹਾਂਜੀ ਜੁਗ ਕੋਸਨ ਪਰ ਹੋਏ ਹੈ ਡੇਰਾ। ਇੱਥੋਂ ਚੱਲਾਂਗੇ 2 ਕੋਹ ਤੇ ਜਾ ਕੇ ਡੇਰਾ ਲਾ ਲਾਂਗੇ, ਕਹਿਣ ਲੱਗੇ। ਹਾਂਜੀ ਪੁੰਨ ਬਹੁ ਗਮਨ ਹੈ ਅਗਲ ਸਵੇਰਾ। ਫਿਰ ਪਰਸੋਂ ਅੱਗੇ ਚੱਲਾਂਗੇ, ਮਹਾਰਾਜ ਕਹਿੰਦੇ ਅਗਲਾ ਦਿਨ ਖੂਬ ਸਫ਼ਰ ਤੈਅ ਕਰਾਂਗੇ। ਸੋ ਪਟ ਆਦ ਮਾਨਵ ਜੇ ਸਾਰੇ। ਤਿਆਰੀ ਕਰਨੀ ਗੁਰੂ ਉਚਾਰੇ। ਤੇ ਮਹਾਰਾਜ ਕੋ ਜਿਹੜੇ ਸੂਰਮੇ ਯੋਧੇ ਸਨ ਨਾ, ਕਹਿੰਦੇ 500 ਯੋਧਾ ਸਤਿਗੁਰਾਂ ਦੇ ਨਾਲ ਸ਼ਸਤਰਧਾਰੀ ਰਹਿੰਦਾ ਹੁੰਦਾ ਸੀ। ਮਹਾਰਾਜ ਨੇ ਸਾਰਿਆਂ ਨੂੰ ਹੁਕਮ ਕੀਤਾ, ਭਾਈ ਤਿਆਰੀ ਕਰੋ, ਆਪਾਂ ਦਿੱਲੀ ਜਾਣਾ ਹੈ ਜੀ। ਤੇ ਦਿੱਲੀ ਉਸ ਸਮੇਂ ਬੜੀ ਖਾਸ ਥਾਂ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਅੱਜ ਤੇ ਦਿੱਲੀ ਜਹਾਜ਼ 'ਚ ਅੱਧੇ ਪੌਣੇ ਘੰਟੇ 'ਚ ਦਿੱਲੀ ਚੱਲ ਜਾਈਦਾ ਜੀ। ਟ੍ਰੇਨ ਤੇ 7-8 ਘੰਟੇ ਲੱਗ ਜਾਂਦੇ ਜੀ। ਉਦੋਂ ਘੋੜਿਆਂ ਤੇ ਜਾਣਾ ਜੀ। ਹਾਂਜੀ ਜਿਹੜਾ ਦਿੱਲੀ ਪਹੁੰਚ ਜਾਂਦਾ ਸੀ ਨਾ ਜੀ, ਉਹਨੂੰ ਹੁੰਦਾ ਸੀ ਪਤਾ ਨਹੀਂ ਮੈਂ ਕਿੱਥੇ ਆ ਗਿਆ ਹਾਂ ਜੀ। ਮਹਾਰਾਜ ਕਹਿੰਦੇ ਦਿੱਲੀ ਜਾਣਾ ਆਪਾਂ। ਸਭ ਖੁਸ਼ ਹੋ ਗਏ ਜੀ। ਹਾਂਜੀ ਸੁਨ ਸਭ ਹਿਨ ਕੈ ਪਾ ਉਤਸ਼ਾਹੂ। ਸੁਣ ਕੇ ਸਾਰਿਆਂ ਨੂੰ ਉਤਸ਼ਾਹ ਹੋ ਗਿਆ, ਚਾਅ ਚੜ ਗਿਆ ਵੀ ਦਿੱਲੀ ਜਾਵਾਂਗੇ। ਸ਼ਸਤਰ ਬਸਤਰ ਸਾਜ ਹਿਰਦੇ ਉਮਾਹੂ। ਐ ਸ਼ਸਤਰ ਬਸਤਰ ਸਜਾ ਲਏ, ਮਨ 'ਚ ਸਿੱਖਾਂ ਨੂੰ ਚਾਅ ਹੋ ਗਿਆ ਜੀ। ਹਾਂਜੀ ਦੋਹਰਾ ਉਠੇ ਸਭਾ ਤੇ ਸਤਿਗੁਰੂ। ਪੁੰਦ ਮਾਤਾ ਢਿਗ ਜਾਏ। ਸੱਚੇ ਪਾਤਸ਼ਾਹ ਸਭਾ 'ਚੋਂ ਉੱਠੇ, ਆਪਣੇ ਮਾਤਾ ਜੀ ਧੰਨ ਮਾਤਾ ਗੰਗਾ ਜੀ ਦੇ ਪਾਸ ਗਏ ਜੀ। ਹਾਂਜੀ ਨਮੋ ਕਰੀ ਬੈਠੇ ਤਬਹਿ। ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਮਾਤਾ ਜੀ ਨੂੰ। ਆਖੋ ਵਾਹਿਗੁਰੂ। ਵਾਹਿਗੁਰੂ। ਮਾਤਾ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਮਾਤਾ ਜੀ ਦੇ ਕੋਲ ਬੈਠ ਗਏ। ਚੱਲਨ ਪ੍ਰਸੰਗ ਸੁਨਾਏ। ਤੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਕੱਲ ਨੂੰ ਅਸੀਂ ਦਿੱਲੀ ਤੁਰ ਪੈਣਾ। ਹਾਂਜੀ ਚੌਪਈ ਮਸਲਤ ਭਈ ਭੋਰ ਪ੍ਰਸਥਾਨਾ। ਮਾਤਾ ਜੀ ਸਲਾਹ ਹੋ ਗਈ ਹੈ, ਕੱਲ ਨੂੰ ਸਵੇਰੇ ਤੁਰ ਪੈਣਾ, ਕਹਿਣ ਲੱਗੇ। ਪਹੁੰਚੇ ਦਿੱਲੀ ਸਾਹੋ ਸਥਾਨਾ। ਦਿੱਲੀ ਜਾ ਕੇ ਜਹਾਂਗੀਰ ਨੂੰ ਮਿਲਾਂਗੇ, ਕਹਿਣ ਲੱਗੇ। ਹਾਂਜੀ ਪਾਛੇ ਬ੍ਰਿਧ ਭਾਈ ਗੁਰਦਾਸ। ਸਕਲ ਕਾਰ ਕਰ ਹੈ ਤੁਮ ਪਾਸ। ਤੇ ਫਿਰ ਪਿੱਛੇ ਡਿਊਟੀ ਕਿਹਨਾਂ ਦੀ ਲਾਈ ਸੁਣਿਓ। ਮਹਾਰਾਜ ਕਹਿਣ ਲੱਗੇ ਮਾਤਾ ਜੀ ਤੁਹਾਡੇ ਕੋਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਰਹਿਣਗੇ, ਕਹਿਣ ਲੱਗੇ। ਤੇ ਜਿੱਥੇ ਬਾਬਾ ਬੁੱਢਾ ਜੀ ਹੋਣ ਉੱਥੇ ਕਿਸੇ ਗੱਲ ਦੀ ਚਿੰਤਾ ਜੀ ਹੈ ਹੀ ਨਹੀਂ। ਚਿੰਤਾ ਜੀ ਵੇਖੋ ਮਾਤਾ ਜੀ ਦੇ ਕਿੱਡੇ ਵੱਡੇ ਭਾਗ ਜੀ। ਹਾਂਜੀ ਮਹਾਰਾਜ ਕਹਿੰਦੇ ਤੁਹਾਡੇ ਕੋਲ ਬਾਬਾ ਬੁੱਢਾ ਜੀ ਰਹਿਣਗੇ, ਭਾਈ ਗੁਰਦਾਸ ਜੀ ਤੁਹਾਡੇ ਕੋਲ ਰਹਿਣਗੇ। ਹਾਂਜੀ ਸਭ ਬਿਦ ਮਹਿ ਦੋਨੋਂ ਬਹੁ ਸਿਆਣੇ। ਦੋਵੇਂ ਹੀ ਬੜੇ ਸਿਆਣੇ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਵੀ ਤੇ ਭਾਈ ਗੁਰਦਾਸ ਜੀ ਵੀ ਹਰ ਕੰਮ 'ਚ ਹੀ ਸਿਆਣੇ ਨੇ ਜੀ। ਹਾਂਜੀ ਹਰ ਮੰਦਰ ਕੀ ਸੇਵ ਮਹਾਨੇ। ਮਹਾਨ ਹਰਮੰਦਰ ਸਾਹਿਬ ਦੀ ਸੇਵਾ ਵੀ ਉਹ ਕਰਨਗੇ, ਕਹਿਣ ਲੱਗੇ। ਹਾਂਜੀ
ਆਵਨ ਜਾਨੋ ਸੰਗਤ ਕੇਰਾ, ਦੇਗ ਚਲਾਵਨ ਕਾਜ ਬਡੇਰਾ। ਕਿਉਂ ਸੰਗਤਾਂ ਨੇ ਆਉਣਾ ਜਾਣਾ, ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ, ਲੰਗਰ ਚੱਲਣਾ, ਇਹ ਸਾਰਾ ਕੁਝ ਹੀ ਬਾਬਾ ਬੁੱਢਾ ਜੀ ਦੇਖਿਆ ਕਰਨਗੇ। ਤੁਸੀਂ ਵੇਖੋ ਆਪਣੀ ਗੈਰ ਹਾਜ਼ਰੀ ਵਿੱਚ ਬਾਬਾ ਬੁੱਢਾ ਜੀ ਦੀ ਡਿਊਟੀ ਲਾਉਂਦੇ ਮਹਾਰਾਜ ਜੀ। ਕਿੰਨੇ ਮਹਾਨ ਨੇ ਬਾਬਾ ਜੀ। ਸਰਬ ਅਕੋਰ ਸੰਭਾਰਨ ਕਰਨੀ, ਜਿਤਕ ਮਸੰਦ ਤਨਹੁ ਸੁਧ ਧਰਨੀ। ਬਾਕੀ ਸਭ ਵਸਤੂਆਂ ਸਾਂਭ ਕੇ ਰੱਖਣੀਆਂ, ਸੰਗਤਾਂ ਨੂੰ ਵਰਤਾਉਣੀਆਂ, ਮਸੰਦਾਂ ਦਾ ਪਿੱਛੋਂ ਧਿਆਨ ਰੱਖਣਾ। ਹਾਂਜੀ। ਸਿੱਖਨ ਕੋ ਦੇ ਬੋ ਸਿਰ ਪਾਓ, ਹਾਂਜੀ। ਸਦਾ ਕਾਰ ਇਹ ਸਹਿਜ ਸੁਭਾਉ। ਬਾਕੀ ਬਾਬਾ ਬੁੱਢਾ ਜੀ ਦਾ ਕਾਰਜ ਹੈ, ਆਏ ਗਿਆਂ ਨੂੰ ਸਰੋਪੇ ਵੀ ਦੇਣੇ ਹੁੰਦੇ ਆ, ਇਹ ਬਾਬਾ ਜੀ ਦੇ ਹੀ ਕੰਮ ਨੇ ਸਾਰੇ, ਬਾਬਾ ਜੀ ਆਪੇ ਹੀ ਕਰ ਲੈਣਗੇ। ਹਾਂਜੀ। ਸੁਨ ਜਨਨੀ ਸੁਤ ਕੋ ਬ੍ਰਿਹ ਜਾਨਾ, ਮਹਾ ਸਨੇਹਰ ਦਾ ਅਕੁਲਾਨਾ। ਆਖੋ ਵਾਹਿਗੁਰੂ। ਵਾਹਿਗੁਰੂ। ਮਾਤਾ ਗੰਗਾ ਜੀ ਦੇ ਅੰਦਰ ਪ੍ਰੇਮ ਦਾ ਉਛਾਲਾ ਵੱਜ ਗਿਆ ਜੀ। ਹਾਂਜੀ। ਜਬ ਕੇ ਜਨਮੇ ਦੇਖਤ ਰਹੀ, ਜਦੋਂ ਦੇ ਮਹਾਰਾਜ ਦਾ ਆਗਮਨ ਹੋਇਆ ਨਾ ਜੀ, ਮਾਤਾ ਗੰਗਾ ਜੀ ਨੇ ਲਾਂਭੇ ਨਹੀਂ ਕੀਤਾ ਜੀ, ਸਾਹਮਣੇ ਹੀ ਰੱਖਿਆ ਮਹਾਰਾਜ ਨੂੰ ਆਪਣੇ ਜੀ। ਹਾਂਜੀ। ਅਬ ਲੋ ਪ੍ਰਿਥਕ ਭਈ ਕਬ ਨਹੀਂ, ਤੇ ਅੱਗੇ ਕਦੀ ਵਿਛੋੜਾ ਨਹੀਂ ਸੀ ਹੋਇਆ ਏਡਾ ਵੱਡਾ ਜੀ। ਹਾਂਜੀ। ਲੋਚਨ ਜਲ ਬੂੰਦੈ ਝਲਕਾਈ। ਲਓ ਜੀ ਮਹਾਰਾਜ ਕਹਿਣ ਲੱਗੇ ਮਾਤਾ ਜੀ ਕੱਲ ਨੂੰ ਚਲੇ ਜਾਣਾ, ਤੇ ਸੁਣਦਿਆਂ ਸਾਰੀ ਮਾਤਾ ਜੀ ਬੈਰਾਗ ਕਰਨ ਲੱਗ ਪਏ ਜੀ। ਮਾਤਾ ਨਾ ਜੀ। ਹਾਂਜੀ। ਦੀਰਘ ਸਵਾਸ ਭਰਤ ਦੁਖ ਪਾਈ, ਹਾਂ, ਲੰਬਾ ਸਾਹ ਲਿਆ ਮਾਤਾ ਜੀ ਨੇ ਜੀ। ਹਾਂਜੀ। ਸੁਨਹੁ ਪੁੱਤਰ ਸਮਝਾਵੋ ਕਹਾਂ, ਗੁਰ ਗਾਦੀ ਥਿਤ ਬੁੱਧ ਮਤ ਮਹਾ। ਤੇ ਕਹਿਣ ਲੱਗੇ ਪੁੱਤਰ ਜੀ ਤੁਹਾਨੂੰ ਮੈਂ ਸਮਝਾ ਨਹੀਂ ਸਕਦੀ, ਕਿਉਂ ਤੁਸੀਂ ਗੁਰਤਾ ਗੱਦੀ ਦੇ ਮਾਲਕ 'ਚ, ਤੁਸੀਂ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਹੋ। ਹਾਂਜੀ। ਭੂਤ ਭਵਿਖਿਅਤ ਕੇ ਸਰਬੱਗੇ, ਕਿਆ ਬਾਚਕ ਹੈ ਜੀਵ ਅਲਪਗੇ। ਇਹ ਡਿਊਟੀ ਮਾਤਾ ਗੰਗਾ ਜੀ ਦੀ ਦੂਜੀ ਬੀਬੀ ਨਹੀਂ ਕਰ ਸਕਦੀ ਜੀ। ਕੋਈ ਆਖੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਮਾਂ ਦੀ ਥਾਂ ਤੇ ਹੁੰਦੀ ਤੇ ਮੈਂ ਇੰਜ ਕਹਿੰਦੀ, ਨਹੀਂ। ਪੁੱਤਰ ਵਾਲਾ ਪਿਆਰ ਵੀ ਕਰਨਾ ਤੇ ਗੁਰੂਆਂ ਵਾਲਾ ਸਨਮਾਨ ਵੀ ਕਰਨਾ ਹੈ ਜੀ। ਮਾਤਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਆਉਣ ਵਾਲਾ ਬੀਤ ਚੁੱਕਾ ਸਾਰਾ ਸਮਾਂ ਜਾਣਦੇ ਹੋ, ਅਸੀਂ ਤੁਹਾਡੇ ਅੱਗੇ ਕੀ ਹੈਗੇ। ਕਹਿਣ ਲੱਗੇ। ਹਾਂਜੀ। ਤਉ ਸੁਚੇਤ ਰਹੋ ਸਭ ਕਾਲਾ। ਗੁਰੂਆਂ ਵਾਲੀ ਗੱਲ ਕਰਤੀ ਨਾ, ਹੁਣ ਪੁੱਤਰਾਂ ਵਾਲੀ ਵੀ ਕਰਨੀ ਜੀ। ਫਿਰ ਵੀ ਕਹਿੰਦੇ ਧਿਆਨ ਰੱਖਿਓ ਆਪਣਾ, ਗੱਜ ਕੇ ਆਖੋ ਵਾਹਿਗੁਰੂ। ਨਾਲੇ ਕਹੀ ਜਾਂਦੇ ਤੁਸੀਂ ਸਮਰੱਥ ਹੋ, ਮਾਲਕ ਹੋ, ਫਿਰ ਵੀ ਕਹਿੰਦੇ ਧਿਆਨ ਰੱਖਿਓ ਆਪਣਾ। ਹਾਂਜੀ। ਨਹੀਂ ਦੁਸ਼ਟ ਕੇ ਪਰਿਏ ਜਾਲਾ। ਉਹ ਬੜਾ ਦੁਸ਼ਟ ਹੈ ਕਹਿਣ ਲੱਗੇ, ਕਿ ਕਿਤੇ ਗੱਲਾਂ 'ਚ ਨਾ ਆ ਜਿਓ। ਦੋਵੇਂ ਕੰਮ ਹੀ ਕੀਤੇ ਜੀ ਮਾਤਾ ਜੀ ਨੇ ਜੀ। ਹਾਂਜੀ। ਸੋ ਇਹਦੇ ਤੋਂ ਅੱਗੇ ਆਪਾਂ ਕਥਾ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰ ਕਰਨ, ਜਿਵੇਂ ਵਜ਼ੀਰ ਖਾਂ ਦੇ ਮਨ 'ਚ ਗੁਰੂ ਹਰਗੋਬਿੰਦ ਸਾਹਿਬ ਵਸੇ ਜੀ। ਵਜ਼ੀਰ ਖਾਂ ਕਹਿੰਦਾ ਨਾ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਤੋਂ ਵੱਧ ਹੋਰ ਮੈਨੂੰ ਕੋਈ ਚੰਗਾ ਹੀ ਨਹੀਂ ਲੱਗਦਾ। ਅਸੀਂ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਹਿਰਦਿਆਂ 'ਚ ਵਸੋ, ਸਾਨੂੰ ਆਪਣੇ ਗੁਰੂ ਤੋਂ ਵੱਧ ਕੋਈ ਚੰਗਾ ਹੀ ਨਾ ਲੱਗੇ ਜੀ। ਜੋ ਬਰ ਚਾਹੋ ਸੋ ਤੁਮ ਤੇ ਪਾਵੋ। ਹਾਂਜੀ। ਸੱਚੇ ਪਾਤਸ਼ਾਹ ਅਸੀਂ ਜੋ ਲੈਣਾ ਤੁਹਾਡੇ ਕੋਲੋਂ ਹੀ ਲਈਏ, ਹੋਰ ਕੋਈ ਨਾ ਮਹਾਰਾਜ ਸਾਡੇ ਹਿਰਦੇ 'ਚ ਆਵੇ। ਇਹਦੇ ਲਈ ਪਹਿਲਾਂ ਗੁਰੂ ਜੀ ਹਿਰਦੇ 'ਚ ਵਸਣਗੇ ਤੇ ਗੱਲ ਬਣੇਗੀ ਨਾ। ਮਹਾਰਾਜ ਕਿਰਪਾ ਕਰਨ। ਆਓ ਅਰਦਾਸ ਕਰੀਏ ਸਾਰੇ ਪ੍ਰੇਮ ਨਾਲ। ਮੋਰ ਹਿਰਦੈ ਬਸੋ ਗੋਪਾਲ, ਮੋਰ ਹਿਰਦੈ ਬਸੋ ਗੋਪਾਲ, ਮੋਰ ਬਸੋ ਗੋਪਾਲ। ਉਤੋਂ ਉਤੋਂ ਤਾਂ ਨਹੀਂ ਕਹਿ ਰਹੇ, ਜੇ ਉਤੋਂ ਉਤੋਂ ਕਿਹਾ ਤੇ ਪੁੰਨ ਤੇ ਬਣਨਗੇ ਤੁਹਾਡੇ। ਪੰਗਤੀ ਬਾਣੀ ਦੀ ਪੜ੍ਹ ਰਹੇ ਆ, ਪੁੰਨ ਬਣਨਗੇ, ਪਰ ਹਿਰਦੇ 'ਚ ਨਹੀਂ ਜੇ ਵਸਣੇ। ਹਿਰਦੇ 'ਚ ਉਦੋਂ ਵਸਣਗੇ ਜਦੋਂ ਅੰਦਰੋਂ ਕੂਕ ਉੱਠੇਗੀ, ਅੰਦਰੋਂ ਪੁਕਾਰ ਉੱਠੇਗੀ ਨਾ, ਫਿਰ ਗੱਲ ਬਣਦੀ ਹੈ।
मोर हृदय बसो गोपाल, मोर हृदय बसो गोपाल। मोर हृदय बसो गोपाल, मोर हृदय बसो गोपाल, मोर बसो गोपाल। मोर हृदय बसो गोपाल, मोर हृदय बसो गोपाल, मोर हृदय बसो। सच्चे पातशाह मेहरां करन, किरपा करन, साडे हिरदियां च वसन। सतगुरु जी मेहर करन। सवेरे संगत जी संगरांद है। सवेर दे दीवान विच लगभग सवेरे 6:15 बजे कथा होएगी। 6:15 तो 6:45 तक। उस तो बाद फिर कीर्तन तो बाद 8 बजे फिर कथा विचार होएगी। सो संगतां हाजरी भर के लाहे प्राप्त करियो। गुरु जी मेहर करन। सावन आया ते चले गया जी। सावन का महीना आया तो चले गया जी। तो महाराज कहते उन्हां लई सुहावना सावन तिन्हां सुहागणी जिन राम नाम और हार, जिन्हां दे गले च रब दे नाम दा हार पै गया। कहण लगे हुण ये झाती मार लियो भी पाया ही कि नहीं पिया जी। हाँ जी, रब दे नाम दा हार जे पिया ते बड़ी वड्डी खुशी दी गल है। नहीं पिया अरदास कर लईए सच्चे पातशाह साडे ते मेहर कर दिओ, किरपा कर दिओ। महाराज जी मेहर करन, दया करन, भुलां चुकां दी खिमा बख्शिश करनी। प्यार दे नाल सारियां संगतां गज के फतेह बुलाओ जी। वाहिगुरू जी का खालसा वाहिगुरू जी की फतेह। सो कहो